जियो चक्र चिन्ह अर वर्ण जात अर पात निहिन जहे रूप रंग अर रेख पेख को कह न सकत कहे अचल मूर्त अनपौ प्रकाश अमितोज कह जय कोटि इंद्रेन्द्रान साहे साहान गणिजय तिरपवन महीप सुर नर असुर नेत नेत बन तिरन कहत तै सर्वनाम कथै कवन कर्म नाम वर्णत समत अस कृपान खंडो खड़ग चुबक तवरे अरती सैफ सरोही सहती जह हमारे पीर तीर तुही सथी तुही तुही तवर तरवार नाम तिहारो जो जपै पै सिंध पव पार काल तुही काली तुही तुही तेगी अरती तुही निशानी जीत की आज तुही जगबीर खड़ग केत में शरण तिहारी आप हास जय लिहु वारी सर्व ठौर मोह सहाई दुष्ट दोख ते लिहु बचाई नमस्कार श्री खड़ग को करो सोहित चितलाय पूर्ण करो ग्रंथ तुम करो सहाय मुकुचरा शास्त्र खट पिंग गिरन चढ़ जाय अन लखै बदरो सुने चौकाल कृपार कराय कहाँ बुद्ध प्राव तुझ हमारी वरन सकै महिमा जो तिहारी हम न सकत कर सिफत तुम्हारी आप लिहो तुम कथा सुधारी हम न सकत कर सिफत तुम्हारी आप लिहो तुम कथा सुधारी। वाहेगुरु साहिब जीओ सवैया तीरन से तरवारन से मृग बारन से अवलोकह जाई रीज रही रिजवार लखे दुत भाख प्रभा नहीं जात बताई संग चली उठ बाल बिलोकन मोर चकोर रहे उर जाई
ਡੀਠ ਪਰੇ ਅਜ ਰਾਜ ਜਬੈ ਚਿਤ ਦੇਖਤ ਹੀ ਤ੍ਰਿਲੀਨ ਚੁਰਾਈ ਸਵਈਆ ਤੀਰਨ ਸੇ ਤਰਵਾਰਨ ਸੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਖਾਲਸਾ ਸਾਧ ਸੰਗਤ ਜੀ, ਸਤਿਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੀ ਮਹਾਨ ਹੀ ਮਹਾਨ ਜੋ ਇਹ ਪਵਿੱਤਰ ਬਾਣੀ ਹੈ, ਇਸ ਨੂੰ ਭਾਈ ਸਾਹਿਬ ਭਾਈ ਮਨੀ ਸਿੰਘ ਜੀ ਨੇ ਆਪਣੇ ਕਰ ਕਵਨਾਂ ਨਾਲ ਲਿਖਿਆ ਹੈ। ਸੋਹਣੇ ਸਰੂਪ ਦੇ ਵਿੱਚ ਸਵਾਇਮਾਨ ਕੀਤਾ ਹੈ। ਉਸ ਬਾਣੀ ਦੀ ਵਿਚਾਰ ਆਪਾਂ ਲੜੀਵਾਰ ਰੂਪ ਵਿੱਚ ਕਰਕੇ ਲਾਹੇ ਹਾਸਲ ਕਰ ਰਹੇ ਹਾਂ। ਜਿੱਥੇ ਅਕਾਲ ਪੁਰਖ ਦੀ ਆਪ ਜੀ ਦੇ ਜਾਪ ਸਾਹਿਬ ਤੇ ਅਕਾਲ ਸਰਾਹੀ ਮਹਾਨ ਮਹਾਨ ਹੀ ਸਿਰ ਸਲੋਤਾ ਕੀਤੀ ਹੈ। ਅਨੇਕਾਂ ਨਾਮ ਲੈ ਕੇ ਅਨੇਕਾਂ ਵਾਰੀ ਨਮਸਕਾਰਾਂ ਕੀਤੀਆਂ। ਉੱਥੇ ਵਿਚਿੱਤਰ ਨਾਟਕ ਬਾਣੀ ਰਾਹੀਂ ਤਰ੍ਹਾਂ ਤਰ੍ਹਾਂ ਦੇ ਪ੍ਰਸੰਗ ਵੀ ਕਹੇ। ਕਾਲਸੀ ਅੰਦਰ ਵੀਰ ਰਸ ਭਰਨ ਵਾਸਤੇ ਮਾਰਕੰਡੇ ਪ੍ਰਾਣ ਵਿੱਚੋਂ 700 ਸ਼ਲੋਕਾਂ ਦਾ ਲੱਥਾ ਕਰ ਦਿੱਤਾ। ਦੈਂਤਾਂ ਦੀ ਜੰਗ-ਜੋਗੀ ਕਥਾ ਉਹ ਖੋਲ ਖੋਲ ਕੇ ਸੰਬਨ ਸੰਭੋ ਰਗਤ ਬੀਰਜ ਤੁਮਰ ਨੈਣ ਬੁਕਾਸਰ ਗਾਸਰ ਸਾਰਿਆਂ ਦੇ ਪ੍ਰਸੰਗ ਇਹ ਖੋਲ ਖੋਲ ਕੇ ਲਿਖੇ ਨੇ। ਇਸੇ ਤਰ੍ਹਾਂ ਵਿਆਸ ਜੀ ਨੇ ਜਿਵੇਂ ਉਹ 7 ਜਨਮ ਧਾਰੇ, ਉਹਨਾਂ ਦੀ ਕਥਾ ਵੀ ਆਪ ਜੀ ਨੇ ਲਿਖੀ ਹੈ। ਤੇ ਵਿਆਸ ਜੀ ਨੇ ਜਿਵੇਂ ਫਿਰ ਪੈਦਾ ਹੋ ਕੇ ਆਪ ਪੁਰਾਣ ਰਚੇ, ਪੁਰਾਣਾਂ ਵਿੱਚ ਪਿੱਛੇ ਹੋ ਚੁੱਕੇ ਰਾਜਿਆਂ ਮਹਾਰਾਜਿਆਂ ਦੇ ਪ੍ਰਸੰਗ ਲਿਖੇ, ਕਥਾ ਲਿਖੀ। ਉਸੇ ਕਲਤਾ ਦਾ ਲੱਥਾ ਗੁਰੂ ਕਲਗੀਧਰ ਜੀ ਨੇ ਸਾਡੇ ਲਈ ਕਿਧਰੇ ਪੁਰਾਣ ਪੜ੍ਹਦੇ ਫਿਰਨਗੇ ਜਾਂ ਕਿਸੇ ਪਾਸੋਂ ਸੁਣਨ ਵਾਸਤੇ ਮਿੰਨਤਾਂ ਤਰਲੇ ਕਰਦੇ ਫਿਰਨਗੇ। ਆਪਣੇ ਦੁਆਰਾ ਹੀ ਬਾਣੀ ਸੋਹਣੀ ਕਾਵਿ ਰਚਨਾ ਉਚਾਰਨ ਕਰਕੇ ਸਭ ਕੁਝ ਲਿਖ ਕੇ ਦੇ ਦਿੱਤਾ ਹੈ। ਕਿਉਂਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕਈ ਰਾਜਿਆਂ ਦੇ ਉਹ ਨਾਂ ਆ ਜਾਂਦੇ ਨੇ, ਕਈ ਅਵਤਾਰਾਂ ਦੇ ਵੀ ਨਾਂ ਆਉਂਦੇ ਹੈ। ਫਿਰ ਉਹਨਾਂ ਨੂੰ ਵੀ ਇਹ ਰਾਜਾ ਕਿਹੋ ਜਿਹਾ ਹੋਇਆ, ਕਿਉਂ ਰੋਇਆ ਹੈ, ਕਿਵੇਂ ਦੁਖੀ ਹੋਇਆ। ਮਹਾਰਾਜ ਨੇ ਤਾਂ ਉਹ ਇੱਕ ਤੁਖ ਵਿੱਚ ਹੀ ਉਹ ਲਫ਼ਜ਼ ਕਹੇ, ਰੋਵੇ ਰਾਮ ਨਿਕਾਲਾ ਪਿਆ, ਸੀਤਾ ਲਛਮਣ ਵਿਛੜ ਗਿਆ। ਰੋਵੇ ਦੈਸਰ ਲੰਘ ਵਾਏ, ਜਿਨ ਸੀਤਾ ਆਂਦੀ ਡੋਰੂ ਵਾਏ। ਰੋਵੇ ਪਾਂਡਵ ਭੈ ਮਜੂਰ, ਜਿਨ ਕੈ ਸਾਮੀ ਰਹਿਤ ਹਜੂਰ। ਰੋਵੇ ਜਨਮੇਜਾ ਖੋਇ ਗਿਆ, ਕੀ ਕਾਰਨ ਪਾਪੀ ਭਇਆ। ਰੋਵੇ ਸੇਖ ਮਸਾਇਕ ਪੀਰ, ਅੰਤਕਾਲ ਮਤ ਲਾਗੈ ਪੀਰ। ਰੋਵੇ ਰਾਜੇ ਕੰਨ ਪੜਾਏ, ਕਰ ਕਰ ਮੰਗੈ ਭੀਖਿਆ ਜਾਏ। ਰੋਵੇ ਕਿਰਪਨ ਸੰਚੈ ਧਨ ਜਾਏ, ਪੰਡਤ ਰੋਵੇ ਗਿਆਨ ਗਵਾਏ। ਬਾਲੀ ਰੋਵੇ ਨਾਹੇ ਪੁਤਾਰ। ਇਸ ਤਰ੍ਹਾਂ ਇਹਦੇ ਵਿੱਚ ਹੀ ਲਫ਼ਜ਼ ਅਜੈਸ ਰੋਵੇ ਭੀਖਿਆ ਖਾਏ, ਐਸੀ ਦਰਗਾਹ ਮਿਲੈ ਸਜਾਏ। ਉਹ ਅਜ ਰਾਜੇ ਦਾ ਪ੍ਰਸੰਗ ਆਪ ਜੀ ਨੇ ਜੇ ਸਭ ਤੋਂ ਸੋਹਣਾ ਸੁਨੱਖਾ ਸੀ, ਅਯੁੱਧਿਆ ਦਾ ਮਹਾਨ ਸਭ ਤੋਂ ਵੱਡਾ ਰਾਜਾ ਸੀ।
ਇਹਦਾ ਜਿਵੇਂ ਵਿਵਾਹ ਹੋਇਆ ਸਵੰਬਰ ਰਾਹੀਂ, ਉਹ ਨਾਗਪੁਰ ਦਾ ਰਾਜਾ ਜਿਸ ਦਾ ਨਾਂ ਸਮਾ ਲਿਖਿਆ ਹੈ, ਜਿਹਦੇ ਘਰ ਵਾਲੀ ਦਾ ਨਾਂ ਚੰਪਾਵਤੀ ਲਿਖਿਆ ਹੈ, ਇਹਦੀ ਇੱਕ ਲੜਕੀ ਸੀ ਜਿਸ ਦਾ ਨਾਮ ਸੀ ਇੰਦਮਤੀ। ਉਸ ਨਾਲ ਜਿਵੇਂ ਸ਼ਾਦੀ ਹੋਈ ਸੀ, ਉਹ ਪੁਰਾਣਾ ਵਿੱਚ ਪ੍ਰਸੰਗ ਲਿਖੇ ਹੈ। ਮਹਾਰਾਜ ਨੇ ਉਸੇ ਦਾ ਉਲੱਥਾ ਕਰ ਦਿੱਤਾ। ਉਹ ਕੱਲ੍ਹ ਦੇ ਦੀਵਾਨ ਵਿੱਚ ਵੀ, ਜਿੱਥੇ ਰਾਜੇ ਦੇ ਸਾਰੇ ਸਰੀਰ ਦੇ ਅੰਗਾਂ ਦੀ ਸ਼ੋਭਾ ਤਰ੍ਹਾਂ ਤਰ੍ਹਾਂ ਤੇ ਦ੍ਰਿਸ਼ਟਾਂਤ ਪ੍ਰਮਾਣ ਦੇ ਕੇ ਸਮਝ ਦੱਸੀ, ਉੱਥੇ ਇੱਕ ਕਵਿਤ ਵਿੱਚ ਵੀ ਅੱਜ ਰਾਜੇ ਦੇ ਜਿਹੜੇ ਨੇਤਰ ਹੈ, ਉਹਨਾਂ ਦੀ ਉਪਮਾ ਤਾਂ ਮਹਾਨ ਹੀ ਮਹਾਨ ਹੈ। ਤੇ ਉਹ ਉਪਮਾਵਾਂ ਦਿੱਤੀਆਂ ਜਿਹੜੇ ਕੋਈ ਹੋਰ ਕਵੀ ਨਹੀਂ ਦੇ ਸਕਦੇ। ਵੱਧ ਤੋਂ ਵੱਧ ਜਿਹੜੇ ਕੋਈ ਕਵੀ ਹੈ, ਵੀ ਅੱਖਾਂ ਕਿੰਨੀਆਂ ਕੁ ਮਹਾਨ ਸੁੰਦਰ ਨੇ, ਉਹ ਕਹਿਣਗੇ ਵੀ ਜਿਵੇਂ ਮਿਰਗ ਦੇ ਨੈਣ ਹੁੰਦੇ ਹੈ, ਹਰਨ ਦਾ ਬੱਚਾ ਜਿਵੇਂ ਹੁੰਦਾ, ਉਹਦੇ ਅੱਖ ਨੇਤਰਾਂ ਦੀ ਤਸਵੀਰ ਦਿੱਤੀ ਜਾਂਦੀ ਹੈ ਵੀ ਹਰਨ ਦਾ ਬੱਚਾ ਦੇ ਅੱਖਾਂ ਸਭ ਤੋਂ ਸੁੰਦਰ ਹੁੰਦੀਆਂ ਹਨ, ਸੋਹਣੀਆਂ ਹੁੰਦੀਆਂ ਹਨ। ਉਹ ਬੜੀ ਚੰਚਲਤਾ ਨਾਲ ਹਰਨ ਦਾ ਬੱਚਾ ਇੱਧਰ ਉੱਧਰ ਤੱਕਦਾ ਹੁੰਦਾ। ਤੇ ਮਹਾਰਾਜ ਨੇ ਇਹ ਅੱਖਾਂ ਦੇ ਉਪਮਾ ਦਿੰਦਿਆਂ ਤਾਂ ਹੱਦ ਹੀ ਕਰ ਦਿੱਤੀ। ਨਾਗਨ ਕੇ ਛਾਨਾ ਹੈ ਕਿ कीने काहू टोना है, कि काम के खिलौना है, बनाए सो है सुधार के। ईश्वन के प्राण है कि सुंदरता की खान है, कि काल के कलान है, कीने है विचार है। विचार के चातर का के पेश है, कि रूप के नरेश है, कि सुंदर स्वदेश है। स्वदेश इसकी ने चंद्र सार कह, देग है कि तीर है, कि बाना बाधे वीर है। तो ऐसे नेत्र अर के बिलोकी है संभार कह। यानी इन्ने उपां दे ਉਹ ਦ੍ਰਿਸ਼ਟਾਂਤ ਦਿੱਤੇ ਹੈ, ਜਿਵੇਂ ਨੱਗਾ ਦਾ ਸੱਪਾਂ ਦਾ ਬੱਚਾ ਹੁੰਦਾ ਹੈ, ਵੀ ਕੀ ਉਹ ਵੀ ਬੜਾ ਚੰਚਲੀ ਹੁੰਦਾ ਸੱਪਾਂ ਦਾ ਬੱਚਾ। ਕਹਿੰਦੇ ਸਭ ਦੇ ਬੱਚੇ ਵਰਗੇ ਤਿੱਖੇ ਚੰਚਲ ਨੇਤਰ ਹੈ, ਜਾਂ ਕਿਸੇ ਨੇ ਕੋਈ ਟੂਣਾ ਹੀ ਕੀਤਾ, ਟੂਣੇ ਨਾਲ ਮਨੁੱਖ ਬੇਹੋਸ਼ ਹੋ ਜਾਂਦਾ ਹੁੰਦਾ ਹੈ। ਤੇ ਇਸ ਤਰ੍ਹਾਂ ਰਾਜੇ ਨੂੰ ਦੇਖਦਾ ਦੇਖਦਾ ਮਨੁੱਖ ਕਸੀ ਖਾ ਕੇ ਡਿੱਗਦਾ ਹੈ, ਸੁੰਦਰ ਨੇਤਰਾਂ ਨੂੰ ਬੇਹੋਸ਼ ਹੁੰਦਾ ਹੈ। ਜਾਂ ਬਣਾ ਸਵਾਰ ਕੇ ਕਹਿੰਦੇ ਉਹ ਕਾਮ ਦਾ ਖਿਲੌਣਾ ਹੀ ਬਣਾਇਆ ਹੋਇਆ, ਖੇਡਣਾ ਹੈ। ਤ੍ਰੀਮਤਾਂ ਦੇ ਪ੍ਰਾਣ ਹੈ, ਜਾਂ ਸੁੰਦਰਤਾ ਦੀ ਖਾਨ ਹੈ ਨੇਤਰ। ਜਾਂ ਬ੍ਰਹਮਾ ਨੇ ਵਿਚਾਰ ਕਰਕੇ ਕਾਮ ਦੀਆਂ ਜਿੰਨੀਆਂ ਕਲਾਵਾਂ ਸ਼ਕਤੀਆਂ ਤਾਕਤਾਂ ਹੈ, ਉਹ ਅੱਖਾਂ ਰੂਪ ਦੇ ਵਿੱਚ ਹੀ ਬਣਾ ਦਿੱਤੀਆਂ। ਜਾਂ ਚਾਤਰ ਦਾ ਜਿਹੜਾ ਰੂਪ ਹੈ, ਜਿਵੇਂ ਚਤਰ ਦਾ ਲਿਬਾਸ ਸਿਆਣੇ ਮਨੁੱਖ ਦਾ ਸੋਹਣਾ ਰੂਪ ਪੇਸ਼ ਹੁੰਦਾ, ਇਸ ਤਰ੍ਹਾਂ ਕਹਿੰਦੇ ਚਾਤਰ ਦਾ ਰੂਪ ਹੀ ਹੈ। ਜਾਂ ਰਾਜੇ ਦਾ ਹੀ ਰੂਪ ਹੈ, ਜਾਂ ਸੁੰਦਰ ਸੋਹਣਾ ਦੇਸਾਂ ਦਾ, ਜਿਵੇਂ ਕੋਈ ਰਾਜਾ ਹੋਵੇ ਹੋਂ। ਜਾਂ ਚੰਦਰਮਾ ਦਾ ਸਾਰ ਹੈ, ਤੇਗ ਹੈ, ਜਾਂ ਤਲਬ ਤੀਰ ਹੈ। ਜਾਂ ਜਿਵੇਂ ਪਾਨਾ ਜੰਗੀ ਪਾਨਾ ਬੰਨਿਆ ਹੋਵੇ ਕਿਸੇ ਸੂਰਵੀਰ ਨੇ, ਹੈ ਸਜ ਵਜ ਰਿਹਾ ਹੋਵੇ, ਹੁਣ ਨੇਤਰ ਸਜ ਰਹੇ ਹੈ। ਕਹਿੰਦੇ ਇਸ ਕਰਕੇ ਵੀ ਜਿਹੜੇ ਰਾਜੇ ਦੇ ਨੇਤਰ ਹੈ, ਕੋਈ ਆਮ ਨੇਤਰਾਂ ਵਰਗੇ ਨਹੀਂ ਹੈ, ਤੇਗ ਵਰਗੇ, ਤੀਰ ਵਰਗੇ ਹੈ। ਇਹਨੂੰ ਕਹਿੰਦੇ ਸੰਭਾਲ ਕੇ ਵੇਖਣਾ ਚਾਹੀਏ। ਜੇ ਤਲਵਾਰ ਨੂੰ ਸੰਭਾਲ ਕੇ ਰੱਖਣਾ ਚਾਹੀਦਾ, ਤੇਗ ਤੋਂ ਬਚਣਾ ਚਾਹੀਦਾ। ਇਸ ਤਰ੍ਹਾਂ ਦੇ ਉਹਦੀਆਂ ਅੱਖਾਂ ਨੇਤਰਾਂ ਦਾ, ਉਹ ਸੁੰਦਰਤਾ ਦਾ ਬਿਆਨ ਮਹਾਰਾਜ ਨੇ ਆਪਣੀ ਕਵਿਤ ਛੰਦ ਵਿੱਚ ਕੀਤਾ ਹੈ। ਅੱਗੇ ਵੀ ਇੱਕ ਸਵਈਏ ਵਿੱਚ
ਉਹ ਥੋੜ੍ਹਾ ਜਿਹਾ ਅੱਖਾਂ ਦੀ ਸੁੰਦਰਤਾ ਦਾ ਬਿਆਨ ਕਰਕੇ ਵੀ ਜਿਸ ਤਰ੍ਹਾਂ ਅੱਜ ਰਾਜੇ ਨੂੰ ਦੇਖ ਦੂ ਕਿ ਜਿਹੜੀ ਸੁਭਾ ਰਾਜੇ ਦੀ ਇੰਦਮਤੀ ਲੜਕੀ ਸੀ, ਜਿਵੇਂ ਇਹਨੇ ਜੈ ਮਾਲਾ ਫੁੱਲਾਂ ਦੀ ਮਾਲਾ ਗਲ ਵਿੱਚ ਪਾ ਕੇ ਇਹਦੇ ਨਾਲ ਸ਼ਾਦੀ ਕਰਾ ਲਈ ਸੀ, ਉਹ ਅੱਜ ਰਹਿੰਦਾ ਪ੍ਰਸੰਗ ਆ ਰਿਹਾ ਹੈ। ਉਹ ਜਿਸ ਤਰ੍ਹਾਂ ਵੀ ਆਉਂਦਾ ਆਪਾਂ ਸੁਣੀਏ ਜੀ। ਤੀਰਨ ਸੇ ਤਰਵਾਰਨ ਸੇ। ਮਹਾਰਾਜ ਕਹਿੰਦੇ ਆ ਖਾਲਸਾ ਜੀ, ਅੱਜ ਰਾਜੇ ਦੇ ਨੇਤਰ ਹਨ ਤਿੱਖੇ ਤੀਰਾਂ ਵਰਗੇ ਹਨ ਜਾਂ ਤਿੱਖੀ ਤਲਵਾਰ ਵਰਗੇ ਹਨ। ਮ੍ਰਿਗ ਬਾਰਨ ਸੇ ਅਵਲੋਕਹੁ ਜਾਈ। ਹਾਂ, ਜਾਂ ਜਿਵੇਂ ਮਿਰਗ ਦਾ ਬਾਰਨ ਕੀ ਇਹ ਬੱਚਾ ਹੁੰਦਾ ਹੈ, ਵੀ ਇਸ ਤਰ੍ਹਾਂ ਮਿਰਗ ਦੇ ਬੱਚੇ ਵਰਗੇ ਹਨ, ਸੋਹਣੇ ਨੇਤਰ। ਤੇ ਜੇ ਕਿਸੇ ਨੂੰ ਨੇਚਾ ਨਹੀਂ ਹੈ ਤਾਂ ਕਹਿੰਦੇ ਨਿਰਣਾ ਕਰਕੇ ਵੇਖ ਕੇ ਜਾ ਕੇ ਨਿਰਣਾ ਕਰ ਲਓ। ਇਸ ਤਰ੍ਹਾਂ ਨਿਰਣਾ ਕਰਕੇ ਹੀ ਇਹ ਵੇਖ ਕੇ ਹੀ ਨਿਰਣਾ ਕੀਤਾ ਜਾ ਸਕਦਾ ਹੈ ਦੁਨੀਆ ਵਿੱਚ। ਰੀਝ ਰਹੀ ਰਿਜਵਾਰ ਲਖੇ। ਲਖੇ ਦੁੱਤ, ਉਹ ਨੇਤਰਾਂ ਦੀ ਦੁੱਤੀ ਨੂੰ ਸੋਭਾ ਨੂੰ ਵੇਖ ਕੇ ਸਾਰੀ ਦੁਨੀਆ ਜਿੰਨੇ ਉੱਥੇ ਇਕੱਠੇ ਹੋਏ ਹੈ ਨਾਗਪੁਰ ਵਿੱਚ, ਨਾਗਪੁਰ ਦੇ ਸ਼ਹਿਰ ਦੇ ਮਾਈ ਭਾਈ ਰੀਝ ਰਹੀ, ਸਾਰੀ ਦੁਨੀਆ ਰੀਝ ਰਹੀ ਹੈ, ਪ੍ਰਸੰਨ ਹੋ ਰਹੀ ਹੈ, ਮੌਤ ਲਟੂ ਹੋ ਰਹੀ ਹੈ। ਇਸ ਤਰ੍ਹਾਂ ਜਿਹੜੇ ਕੋਈ ਰੁਜ਼ਗਾਰ ਹਨ ਉਹ ਪ੍ਰਸੰਨ ਹੋਣ ਵਾਲੇ ਹਨ, ਲਟੂ ਮੌਤ ਹੋਣ ਵਾਲੇ ਹਨ। ਅਤੇ ਉਹ ਉਹਨਾਂ ਦੇ ਪਾਸੋਂ ਫਿਰ ਜਿਹੜੀ ਅੱਖਾਂ ਦੀ ਸੋਭਾ ਹੈ ਉਹ ਦੱਸੀ ਨਹੀਂ ਜਾ ਸਕਦੀ ਹੈ। ਜਾਣੀ ਉਹ ਦੇਖ ਰਹੇ ਅੱਖਾਂ ਦੀ ਸੋਹਣੇ ਅੱਖਾਂ ਨੂੰ, ਪਰ ਉਹਨਾਂ ਤੋਂ ਸੋਭਾ ਬਿਆਨ ਨਹੀਂ ਕੀਤੀ ਜਾ ਸਕਦੀ ਹੈ। ਭਾਖ ਪ੍ਰਭਾ ਨਹੀਂ ਜਾਤ ਬਤਾਈ। ਕਹਿਣਾ ਚਾਹੁੰਦੇ ਸੋਭਾ ਪਰ ਜਾਤ ਮਸਾਈ ਨਹੀਂ, ਜਾਤ ਦੱਸੀ ਨਹੀਂ ਜਾ ਸਕਦੀ ਹੈ। ਸੰਗ ਚਲੀ ਉਠ ਬਾਲ ਬਿਲੋਕਨ। ਹਾਂ, ਇਸ ਤਰ੍ਹਾਂ ਜਿਹੜੀ ਉਹ ਬਾਲਾ ਜਾਣੀ ਇਹ ਇੰਦਮਤੀ ਹੈ, ਉਹ ਵੇਖਣ ਵਾਸਤੇ ਉੱਠ ਕੇ ਨਾਲ ਹੀ ਚੱਲ ਪਈ ਹੈ। ਮੋਰ ਚਕੋਰ ਰਹੇ ਉਰ ਜਾਈ। ਆਹ ਨਾਗਪੁਰ ਦੀਆਂ ਜਿੰਨੀਆਂ ਬਾਲਾਂ ਤ੍ਰੀਮਤਾਂ ਵੇਖਣ ਵਾਸਤੇ ਉੱਠ ਕੇ ਨਾਲ ਚੱਲ ਪਈਆਂ। ਤੇ ਜਿਹੜੀਆਂ ਚਕੋਰਾਂ ਤੇ ਮੋਰ ਹੈ ਉਹ ਵੀ ਵੇਖਣ ਵਾਸਤੇ ਉਲਝ ਗਏ ਹਨ, ਉਹ ਵੀ ਮਗਰ ਲੱਗ ਰਹੇ ਹਨ। ਡੀਠ ਭਰੇ ਅਜ ਰਾਜ ਜਪੈ। ਜਦੋਂ ਅੱਜ ਰਾਜਾ ਜੀ ਇਹ ਤੁੰਗਮਤੀ ਦੇ ਨਿਗਾਹ ਵਿੱਚ ਪਏ ਹਨ, ਨਜ਼ਰੀ ਪਏ। ਚਿਤ ਦੇਖਤ ਹੀ ਤ੍ਰਿਅਲੀਨ ਚੁਰਾਈ। ਹਾਂ, ਡੀਠ ਭਰੇ ਅਜ ਰਾਜ ਜਪੈ, ਚਿਤ ਦੇਖਤ ਹੀ ਤ੍ਰਿਅਲੀਨ ਚੁਰਾਈ। ਕਹਿੰਦੇ ਦੇਖਦਿਆਂ ਸਾਰ ਇਹ ਤੁੰਗਮਤੀ ਜਿਹੜੀ ਰਾਜਕੁਮਾਰੀ ਤ੍ਰੀਮਤ ਹੈ, ਇਹਦੇ ਚਿੱਤ ਨੂੰ ਚੁਰਾ ਲਿਆ ਰਾਜੇ ਨੇ। ਤੋਮਰ ਛੰਦ ਅਵਲੋਕੀਆ ਅਜ ਰਾਜ। ਜਦੋਂ ਅਜ ਰਾਜਾ ਐਸਾ ਸੋਹਣਾ ਸੁੰਦਰ ਉਹ ਤੱਕਿਆ ਹੈ। ਅਤ ਰੂਪ ਸਰਬ ਸਮਾਜ। ਇਹਦਾ ਬੜਾ ਸੋਹਣਾ ਸਰੂਪ ਹੈ ਤੇ ਸਾਰਾ ਸਮਾਜ ਵੀ ਬੜਾ ਸੋਹਣਾ ਹੀ ਹੈ, ਸਜਾਵਟ ਬੜੀ ਹੈ। ਅਤ ਰੀਝ ਕੈ ਹਸ ਬਾਲ। ਆਹ ਸਵੇਰੇ ਜਿਹੜੀ ਹੈ ਤੁੰਗਮਤੀ ਬਾਲਾ ਨੇ ਪ੍ਰਸੰਨ ਹੋ ਕੇ ਤੇ ਹੱਸ ਕਰਕੇ ਗੋਹ ਫੂਲ ਮਾਲ ਉਤਾਲ। ਬੜੀ ਛੇਤੀ ਕੀ ਜਿਹੜੀ ਫੁੱਲਾਂ ਦੀ ਮਾਲਾ ਗੁੰਦਣਾ ਸ਼ੁਰੂ ਕੀਤੀ ਹੈ, ਗੁੰਦ ਲਈ ਹੈ। ਗਹਿ ਫੂਲ ਕੀ ਕਰ ਮਾਲ। ਉਹ ਗੁੰਦੀ ਹੋਈ ਜਿਹੜੀ ਮਾਲਾ ਆਪਣੇ ਹੱਥਾਂ ਵਿੱਚ ਫੜ ਕੇ
ਅਤ ਰੂਪਵੰਤ ਸੋ ਬਾਲ। ਜੋ ਇਹ ਰਾਜਕੁਮਾਰੀ ਹੈ ਬੜੀ ਰੂਪ ਵਾਲੀ ਅਤੀ ਹੈ। ਤਿਸ ਡਾਰੀਆ ਉਰ ਆਨ। ਜਿੱਥੇ ਅੱਜ ਰਾਜਾ ਖੜੋਤਾ ਉਹਦੇ ਉਰ ਕੀਏ ਗਲ ਦੇ ਵਿੱਚ ਆ ਕੇ ਮਾਲਾ ਪਾ ਦਿੱਤੀ ਇਸਨੇ। 10 4 4 ਨਿਦਾਨ। ਜੋ 10 ਤੇ 4 ਤੇ 4 18 14 ਵਿਦਿਆ ਦਾ ਖਜ਼ਾਨਾ ਜਾਂ 14 ਜੇ 18 ਜਿਹੜੀਆਂ ਕਲਾਵਾਂ ਉਹਨਾਂ ਦੇ ਖਜ਼ਾਨਾ ਹਨ। ਇਹ ਬਰਾਲਾ ਤਿਹ ਦੇਵ ਆਗਿਆ ਕੀਨ। ਉਸ ਵੇਲੇ ਜਿਹੜੀ ਇਹ ਸਾਰਦਾ ਉਹਨੇ ਵੀ ਆਗਿਆ ਕਰ ਦਿੱਤੀ ਹੈ। 10 4 4 ਪ੍ਰਬੀਨ। ਜਿਹੜੀ ਇਹ ਸਾਰਦਾ 10 ਤੇ 4 4 18 ਕਲਾਂ ਦੇ ਵਿੱਚ ਛਤਰ ਹੈ। ਸੁਨ ਸੁੰਦਰੀ ਇਮ ਬੈਨ। ਸਾਰਦਿਆਂ ਨੇ ਕਿਹਾ ਇਹ ਸੁੰਦਰੀ ਇਹ ਬਚਨ ਸੁਣ। ਸਸ ਕ੍ਰਾਂਤ ਸੁੰਦਰ ਨੈਣ। ਹਾਂ ਸੁੰਦਰ ਨੇਰ ਚੰਦਰਮਾ ਦੀ ਕ੍ਰਾਂਤੀ ਵਰਗੇ। ਤਵ ਜੋਗ ਹੈ ਅਜ ਰਾਜ। ਇਹ ਅਨਮਤੀ ਰਾਜਕੁਮਾਰੀ ਤੇਰੇ ਵਰਨ ਜੋਗ ਤਾਂ ਇਹ ਅਜ ਰਾਜਾ ਹੈ ਅਯੁਧਿਆ ਦਾ। ਸੁਨ ਰੂਪਵੰਤ ਸਲਾਜ। ਹਾਂ ਸੁਣ ਇਹ ਰੂਪ ਵਾਲਾ ਹੈ ਤੇ ਲਜਿਆ ਸਹਿਤ ਹੈ। ਪਰ ਆਜ ਤਾਕਹਿ ਜਾਏ। ਅੱਜ ਹੀ ਜਾ ਕੇ ਤੂੰ ਉਹਨੂੰ ਵਰ ਲੈ ਆਪਣਾ ਪਤੀ ਬਣਾ ਲੈ। ਸੁਨ ਬੈਨ ਸੁੰਦਰ ਕਾ। ਇਹ ਸੁੰਦਰ ਕਾਇਆ ਵਾਲੀ ਸ਼੍ਰੀ ਵਾਲੀ ਬਚਨ ਸੁਣ। ਗਹਿ ਫੂਲ ਮਾਲ ਪ੍ਰਬੀਨ। ਉਸੇ ਵੇਲੇ ਸਿਆਣੀ ਨੇ ਫੁੱਲਾਂ ਦੀ ਮਾਲਾ ਆਪਣੇ ਹੱਥਾਂ ਵਿੱਚ ਫੜ ਕੇ ਉਰ ਡਾਰ ਤਾਕੇ ਦੀਨ। ਜੋ ਅਯੁਧਿਆ ਦਾ ਰਾਜਾ ਅਜ ਹੈ ਉਹਦੇ ਗਲ ਵਿੱਚ ਪਾ ਦਿੱਤੀ ਹੈ। ਤਬ ਬਾਜ ਤੂਰ ਅਨੇਕ। ਉਹਨੇ ਕਹਾ ਫਿਰ ਜਿਹੜੇ ਤੂਰ ਕੀਏ ਬਾਜੇ ਉਹ ਬਾਜੇ ਉੱਠੇ ਹਨ। ਡਫ ਬੀਣ ਬੇਨ ਬਸੇਖ। ਡੱਫਾਂ ਵੱਜ ਪਈਆਂ ਬੀਣਾ ਵੱਜ ਪਈਆਂ ਬੇਨ ਵੱਜ ਪਈ ਹੈ ਵਿਸ਼ੇਸ਼ ਕਰਕੇ। ਡਫ ਬਾਜ ਢੋਲ ਮਿਰਦੰਗ। ਹੋਰ ਡੱਫਾਂ ਵੱਜ ਪਈਆਂ ਢੋਲ ਵੱਜ ਪਏ ਮਰਦੰਗ ਵੱਜ ਪਏ ਹਨ। ਅਤ ਤੂਰ ਤਾਨਤ ਰੰਗ। ਇਸੇ ਤਰ੍ਹਾਂ ਅਸਾ ਕਰਕੇ ਜਿਹੜਾ ਤੂਰ ਬਾਜੈ ਤਾਨ ਬਾਜੈ ਤਰੰਗ ਬਾਜਲ ਤਰੰਗ ਹੈ। ਨੈ ਬਾਸੁਰੀ ਅਰ ਬੈਨ। ਇਸੇ ਤਰ੍ਹਾਂ ਨਵੀਂ ਬੰਸਰੀ ਤੇ ਨਵੀਂ ਜਿਹੜੀ ਬੈਨ ਹੈ ਬੀਨ ਹੈ। ਬਹੁਤ ਸੁੰਦਰੀ ਸ਼ੁਭ ਨੈਣ। ਬਹੁਤ ਸੁੰਦਰ ਜੋ ਸੋਹਣੇ ਨੇਤਰਾਂ ਵਾਲੀ ਹੈ। ਤਿਹ ਵਿਆਹ ਕੈ ਅਜ ਰਾਜ। ਉਸ ਰਾਜਕੁਮਾਰੀ ਨੂੰ ਅਜ ਰਾਜੇ ਨੇ ਵਿਆਹ ਕਰਕੇ ਬਹੁ ਦਾਜ ਲੈ ਕਰ ਬਹੁ ਭਾਂਤ ਲੈ ਕਰ ਦਾਜ। ਬਹੁਤ ਤਰ੍ਹਾਂ ਦਾ ਕੋਈ ਦਾਜ ਵਗੈਰਾ ਵੀ ਲੈ ਕਰਕੇ ਗ੍ਰਹਿ ਆਈਆ ਸੁਖ ਪਾਏ। ਬੜਾ ਸੁਖ ਪਾ ਕੇ ਜਿੱਥੇ ਅਯੁਧਿਆ ਸ਼ਹਿਰ ਵਿੱਚ ਨਾ ਭਾਰਾ ਉੱਥੇ ਆ ਵਾਪਸੀ ਆ ਗਿਆ ਹੈ। ਡਫ ਬੇਨ ਬੀਨ ਬਜਾਏ। ਰਸਤੇ ਵਿੱਚ ਡੱਫਾਂ ਬੀਣਾ ਨੂੰ ਬੁਝਾਉਂਦਿਆਂ ਹੋਇਆ ਪਹੁੰਚਾ ਹੈ। ਅਜ ਰਾਜ ਰਾਜ ਮਹਾਨ। ਹਾਂ ਮਹਾਰਾਜ ਕਹਿੰਦੇ ਜੀ ਅੱਜ ਰਾਜਾ ਸੀ ਇਹ ਮਹਾਨ ਰਾਜਾ ਹੈ ਸੀ। 10 4 4 ਨਿਦਾਨ। ਅਨਪੜ੍ਹ ਨਹੀਂ ਸੀ 18 ਵਿਦਿਆ ਦਾ ਇਹ ਖਜ਼ਾਨਾ ਸੀ ਜਾਂ 10 4 14 ਵਿਦਿਆ ਦਾ ਖਜ਼ਾਨਾ ਤੇ ਚਾਰੇ ਧਰਮਾਂ ਦਾ ਵੀ ਖਜ਼ਾਨਾ ਸੀ। ਯਾਨੀ ਜਿਹੜਾ ਬ੍ਰਾਹਮਣ ਦਾ ਧਰਮ ਹੈ ਉਹ ਵਿਦਿਆ ਪੜ੍ਹਨੀ ਪੜ੍ਹਾਉਣੀ ਜਾਂ ਕਰਨਾ ਕਰਾਉਣਾ ਦਾਨ ਦੇਣਾ ਤੇ ਲੈਣਾ ਇਹ ਬ੍ਰਾਹਮਣ ਦਾ ਕਰਮ ਧਰਮ ਹੈ। ਖੱਤਰੀ ਦਾ ਖੱਤਰੀ ਕਰਮ ਹੈ ਸ਼ਸਤਰ ਧਾਰੀ ਹੋਣਾ ਤੇ ਇਸੇ ਤਰ੍ਹਾਂ ਸ਼ਸਤਰ ਧਾਰੀ ਬਣ ਕੇ ਜ਼ੁਲਮ ਦਾ ਨਾਸ਼ ਕਰਨਾ ਦੁਸ਼ਟਾਂ ਦਾ ਨਾਸ਼ ਕਰਨਾ ਗਊ ਗਰੀਬ ਦੀ ਰਕਸ਼ਾ ਕਰਨੀ ਵੈਸ ਬਣ ਕੇ ਦੁਕਾਨ ਜਾਂ ਹੋਰ ਕੋਈ ਬਿਜ਼ਨਸ ਕਰਕੇ ਖੇਤੀ ਕਰਕੇ ਅੰਨ ਪੈਦਾ ਕਰਨਾ। ਫਿਰ ਇਸ ਤਰ੍ਹਾਂ ਨੇਕ ਕਮਾਈ ਕਰਕੇ ਉਹਨੂੰ ਵਧਾਉਣਾ ਫੁਲਾਉਣਾ ਗਰੀਬਾਂ ਨੂੰ ਉਹਦੇ ਵਿੱਚੋਂ ਦਾਨ ਪੁੰਨ ਕਰਨਾ। ਇਹ ਖੱਤਰੀ ਵੈਸ ਦਾ ਧਰਮ ਸ਼ੂਦਰ ਦਾ ਧਰਮ ਹੈ। ਸਾਰਿਆਂ ਦੀ ਸੇਵਾ ਕਰਨੀ ਅਧੀਨ ਹੋ ਕੇ ਇਸ ਤਰ੍ਹਾਂ ਇਹ
ਚਾਰੇ ਧਰਮਾਂ ਵਿੱਚ ਧਰਮਾਂ ਦਾ ਵੀ ਖਜ਼ਾਨਾ ਹੈ। ਸੁਖ ਸਿੰਧ ਸੀਲ ਸਮੁੰਦਰ, ਇਹ ਅਜ ਰਾਜਾ ਸੁਖਾਂ ਦਾ ਸਮੁੰਦਰ ਹੀ ਹੈ, ਤੇ ਸੀਲ ਧਰਮ ਦਾ ਜਿਹੜਾ ਇਹ ਸਮੁੰਦਰ ਹੈ, ਜਾਂ ਨਰਮ ਸੁਭਾਅ ਦਾ ਬੜਾ ਸਮੁੰਦਰ ਵਾਂਗ ਮਹਾਨ ਹੈ, ਬਹੁਤਾ ਸੀਲ ਸੁਭਾਅ ਵਾਲਾ ਹੈ। ਜਿਨ ਜੀਤਿਆ ਰਣ ਰੁਦਰ, ਜਿਸ ਨੇ ਜੰਗ ਦੇ ਵਿੱਚ ਸ਼ਿਵ ਜੀ ਨੂੰ ਵੀ ਕਹਿੰਦੇ ਜਿੱਤ ਲਿਆ ਹੈ। ਇਹ ਭਾਂਤ ਰਾਜ ਕਮਾਏ, ਇਸ ਤਰ੍ਹਾਂ ਇਹ ਅਜ ਰਾਜਾ ਰਾਜ ਭਾਗ ਕਮਾਇਆ ਘੂੰਦਾ ਹੋਇਆ। ਸਿਰ ਅਤਰ ਪਤਰ ਫਿਰਾ, ਆਪਣੇ ਇੱਕ ਸਿਰ ਤੇ ਜਿਹੜਾ ਚੌਰ ਛਤਰੇ ਨੇ ਫਿਰਾਇਆ ਹੈ। ਰਣ ਧੀਰ ਰਾਜ ਵਿਸ਼ੇਖ, ਇਹ ਜਿਹੜਾ ਰਾਜਾ ਹੈ ਜੰਗ ਦੇ ਵਿੱਚ ਵਿਸ਼ੇਸ਼ ਕਰਕੇ ਧੀਰਜ ਧਾਰੀ ਹੈ ਸੀ। ਜਗ ਕੀਨ ਜਾਸ ਭਪੇਖ ਪਖੇਖ, ਇਸਨੇ ਸੰਸਾਰ ਦੇ ਵਿੱਚ ਅਯੁੱਧਿਆ ਦੇ ਵਿੱਚ ਆ ਵੇਖੀਏ ਜਿਹੜਾ ਉਹ ਤਿਲਕ ਵਗੈਰਾ ਮੱਥੇ ਤੇ ਲਗਾਇਆ ਸੀ। ਗੁਰਤਾ ਗੱਦੀ ਤਿਲਕ ਦੇ ਗੱਦੀ ਦਾ ਇਹ ਮਾਲਕ ਬਣਿਆ ਸੀ, ਤਿਲਕ ਲਾਲ ਲੈ ਕੇ। ਜਗ ਜੀਤ ਚਾਰ ਦਿਸਾਨ, ਸੰਸਾਰ ਦੇ ਵਿੱਚ ਇਹਨੇ ਚਾਰੇ ਦਿਸ਼ਾਵਾਂ ਦੇ ਲੋਕਾਂ ਨੂੰ ਜਿੱਤ ਲਿਆ ਸੀ। ਅਜ ਰਾਜ ਰਾਜ ਮਹਾਨ, ਉਹ ਜਿਹੜਾ ਅਜ ਰਾਜਾ ਇਹ ਮਹਾਨ ਰਾਜਾ ਹੈ ਸੀ ਆਪਣੇ ਸਮੇਂ ਦਾ। ਨ੍ਰਿਪ ਦਾਨ ਸੀਲ ਪਹਾਰ, ਫਿਰ ਰਾਜਾ ਜਿਹੜਾ ਦਾਨ ਕਰਨ ਵਿੱਚ ਵੀ ਮਹਾਨ ਰਾਜਾ, ਜਿਹੜਾ ਸੀਲ ਕੀਏ ਧਰਮ ਹੈ ਉਹਦੇ ਵਿੱਚ ਤਾਂ ਪਹਾੜ ਵਰਗਾ ਵੱਡਾ ਸੀ, ਜਾਂ ਇਸੇ ਤਰ੍ਹਾਂ ਪਹਾੜ ਵਾਂਗੇ ਬੜਾ ਭਾਰੀ ਨਰਮ ਸੁਭਾਅ ਵਾਲਾ ਸੀ, ਨਿਮਰਤਾ ਵਾਲਾ ਵੀ ਸੀ। 10 4 4 ਉਦਾਰ, 10 ਤੇ 4 14 ਵਿਦਿਆ ਵਿੱਚ ਤੇ ਚਾਰੇ ਤਰ੍ਹਾਂ ਦੇ ਧਰਮਾਂ ਅਨੁਸਾਰ ਦਾਨ ਦੇਣ ਵਿੱਚ ਵੀ ਉਦਾਰ ਸਖੀ ਦਾਤਾ ਸੀ। ਦੁੱਤਵੰਤ ਸੁੰਦਰ ਨੈਣ, ਸੋਹਣੀ ਸ਼ੋਭਾ ਵਾਲਾ ਸੁੰਦਰ ਨੇਤਰਾਂ ਵਾਲਾ ਹੈ। ਜਿਹ ਪੇਖ ਖਿਜਤ ਮੈਨ, ਜਿਹਦੇ ਸੁੰਦਰ ਨੇਤਰਾਂ ਨੂੰ ਸਰੀਰ ਨੂੰ ਵੇਖ ਵੇਖ ਕੇ ਕਾਮਦੇਵ ਵੀ ਖਿਜਦਾ ਸੀ, ਚੀਚੀਆਂ ਵੜਦਾ ਸੀ, ਕੁਰੜ ਕੁਰੜ ਕਰਦਾ ਸੀ। ਮੁਖ ਦੇਖ ਚੰਦਰ ਸਰੂਪ, ਇਸੇ ਤਰ੍ਹਾਂ ਅਜ ਰਾਜੇ ਦੇ ਮੁਖ ਨੂੰ ਦੇਖ ਕੇ ਜਿਹੜਾ ਚੰਦਰਮਾ ਦੇ ਸਰੂਪ ਵਰਗਾ ਹੈ। ਚਿਤ ਸੋ ਚੁਰਾਵਤ ਭੂਪ, ਜਿਹੜਾ ਰਾਜਾ ਹੈ ਸਾਰਿਆਂ ਦੇ ਚਿੱਤ ਨੂੰ ਚੁਰਾਉਂਦਾ ਹੈ। ਇਹ ਭਾਂਤ ਕੈ ਵੱਡ ਰਾਜ, ਸਾਰਾ ਕਹਿੰਦੇ ਇਸ ਤਰ੍ਹਾਂ ਇਹ ਜਿਹੜਾ ਅਜ ਰਾਜਾ ਨੇ ਬਹੁਤ ਵੱਡਾ ਰਾਜ ਭਾਗ ਕੀਤਾ ਆਪਣੇ ਸਮੇਂ ਵਿੱਚ। ਬਹੁ ਜਗ ਧਰਮ ਸਮਾਜ, ਬੜਾ ਜਗ ਕੀਤੇ ਹੋਰ ਧਰਮ ਸੰਸਾਰ ਸਮਾਜ ਇਕੱਠ ਕੀਤਾ। ਜੋ ਕਹੋ ਸਰਬ ਵਿਚਾਰ, ਸਾਰਾ ਕਹਿੰਦੇ ਜੇ ਹੁਣ ਅਜ ਰਾਜੇ ਦਾ ਸਾਰਾ ਵਿਚਾਰ ਕੇ ਖੋਲ ਕੇ ਕੁਝ ਕਹਾਂਗੇ। ਇੱਕ ਹੋਤ ਕਥਾ ਪਸਾਰ, ਕਹਿੰਦੇ ਹੋਰ ਇੱਕ ਕਥਾ ਦਾ ਬੜਾ ਵਿਸਤਾਰ ਵਾਲਾ ਗ੍ਰੰਥ ਹੋ ਜਾਊਗਾ। ਤੇ ਤੇ ਸੁਥੋਰੀਐ ਬਾਤ, ਇਸ ਕਰਕੇ ਥੋੜੀ ਜਿਹੀ ਜਿਹੜੀ ਗੱਲ ਹੈ ਬਸ ਇਹਦੇ ਵਿੱਚ ਹੀ ਮੁਕਾ ਦਿੰਦੇ। ਸੁਣ ਲੇਹੁ ਭਾਖੋ ਭਰਾਤ, ਇਹ ਭਰਾਵੋ ਥੋੜੀ ਜਿਹੀ ਅਸੀਂ ਗੱਲ ਕਹਿੰਦੇ ਉਹ ਤੁਸੀਂ ਸੁਣ ਲਓ। ਬਹੁ ਜਗ ਧਰਮ ਸਮਾਜ, ਉਹ ਥੋੜੀ ਕੀ ਹੈ ਬਹੁਤੇ ਜਗ ਕੀਤੇ ਧਰਮ ਕੀਤੇ ਹੋਰ ਬੜਾ ਇਕੱਠ ਕੀਤਾ ਧਰਮ ਦਾ। ਇਹ ਭਾਂਤ ਕੈ ਅਜ ਰਾਜ, ਇਸ ਤਰ੍ਹਾਂ ਅਜ ਰਾਜੇ ਨੇ ਜਗ ਤੇ ਧਰਮ ਦਾ ਇਕੱਠ ਕੀਤਾ। ਜਗ ਆਪਨੋ ਅਜਮਾਨ, ਹਾਂ ਇਸ ਤਰ੍ਹਾਂ ਅਜ ਰਾਜੇ ਨੇ ਆਪਣੇ ਆਪ ਨੂੰ ਸੰਸਾਰ ਦੇ ਵਿੱਚ ਮਹਾਨ ਫਿਰ ਮੰਨਣਾ ਸ਼ੁਰੂ ਕਰ ਦਿੱਤਾ। ਤਰ ਆਂਖ ਆਨ ਨ ਆਨ, ਇੰਨਾ ਹੰਕਾਰੀ ਹੋ ਗਿਆ ਹੋਰ ਉਸਨੂੰ ਕਿਸੇ ਨੂੰ ਆਪਣੇ ਅੱਖਾਂ ਦੇ ਥੱਲੇ ਨਹੀਂ ਲਿਆਉਂਦਾ। ਕਹਿੰਦਾ ਬਸ ਮੈਂ ਅਜ ਰਾਜਾ ਹੀ ਹਾਂ, ਬਾਕੀ ਤਾਂ ਲੱਲੀ ਛੱਲੀ ਹੈ। ਤਬ ਕਾਲ ਕੋਪ ਕਰਵਾਲ, ਜਦੋਂ ਕਹਿੰਦੇ ਹਾਂ ਦੂਜਿਆਂ ਨੂੰ ਅੱਖੇ ਥੱਲੇ ਨਾ ਲਿਆਉਣ ਲੱਗਿਆ ਹੰਕਾਰੀ ਹੋ ਗਿਆ। ਉਸੇ ਵੇਲੇ ਜਿਹੜਾ ਕਾਲ ਹੈ ਉਹਦੀ ਕ੍ਰੋਧ ਦੀ ਜਿਹੜੀ ਕਰਵਾਲ ਕੀ ਹੈ ਤੇਗ ਹੈ ਇਹ ਚੱਲ ਪਈ ਹੈ। ਅੱਜ ਜਾਰੀਆ ਮਦ ਜਵਾਲ, ਇਸ ਤਰ੍ਹਾਂ ਕ੍ਰੋਧ ਰੂਪ ਅਗਨੀ ਦੇ ਵਿੱਚ
ਇਹ ਜਿਹੜਾ ਅੱਜ ਰਾਜਾ ਹੈ ਉਸਨੂੰ ਸਾੜ ਦਿੱਤਾ, ਮਚਾ ਦਿੱਤਾ ਉਸਨੇ। ਅਜ ਜੋਤ ਜੋਤ ਮਿਲਾਨ। ਕਿਉਂ? ਜਿਹੜਾ ਅੱਜ ਰਾਜਾ ਉਹਦੀ ਜਿਹੜੀ ਪਰਤਕ ਜੋਤ ਹੈ ਉਹ ਜੋਤ ਦੇ ਵਿੱਚ ਹੀ ਮਿਲ ਗਈ ਹੈ, ਲੀਨ ਹੋ ਗਈ ਹੈ। ਤਬ ਸਰਬ ਦੇਖ ਡਰਾਨ। ਰਾਜੇ ਨੂੰ ਸਰੀਰ ਛੱਡਿਆ ਮਰਿਆਂ ਦੇਖ ਕੇ ਸਾਰੇ ਡਰ ਗਏ, ਸਾਰਿਆਂ ਨੂੰ ਬੜਾ ਭੈ ਹੋਇਆ ਵੀ ਆਹ ਕੀ ਹੋ ਗਿਆ ਹੈ। ਜਿਮ ਨਾਵ ਖੇਵਟ ਹੀਨ। ਸਾਰੇ ਲੋਕਾਂ ਦਾ ਹਾਲ ਤਾਂ ਫਿਰ ਇਉਂ ਹੋ ਗਿਆ ਰਾਜੇ ਦੇ ਮਰਨ ਕਰਕੇ। ਜਿਵ ਨਾਵ ਖੇਵਟ ਹੀਨ। ਜਿਵੇਂ ਜਿਹੜੀ ਨੌਕਾ ਬੇੜੀ ਹੈ ਮਲਾਹ ਤੋਂ ਬਗੈਰ ਐਵੇਂ ਨਕਮੀ ਹੁੰਦੀ ਹੈ, ਕਿਸੇ ਨੂੰ ਕੋਈ ਨਹੀਂ ਪਾਰ ਲੰਘਾਉਂਦੀ, ਸੰਜੀ ਹੁੰਦੀ। ਜੇ ਮਲਾਹ ਵਿੱਚ ਬੈਠਾ ਹੋਵੇ ਤੇ ਫਿਰ ਬੇੜੀ ਚੱਲਦੀ ਹੈ, ਪਾਰ ਵੀ ਲੰਘਾਉਂਦੀ। ਇਸ ਤਰ੍ਹਾਂ ਜਿਵੇਂ ਬੇੜੀ ਮਲਾਹ ਤੋਂ ਬਗੈਰ ਸੰਜੀ ਹੁੰਦੀ ਹੈ, ਕਿਸੇ ਦਾ ਕੁਝ ਨਹੀਂ ਸਵਾਰਦੀ, ਕਿਸੇ ਨੂੰ ਨਹੀਂ ਪਾਰ ਲੰਘਾਉਂਦੀ। ਇਸ ਤਰ੍ਹਾਂ ਰਾਜੇ ਤੋਂ ਬਗੈਰ ਸਾਰੀ ਪ੍ਰਜਾ ਨਿਕੰਮੀ ਹੋ ਗਈ ਹੈ, ਕੁਝ ਨਹੀਂ ਕਰਨ ਜੋਗੀ ਰਹੀ ਹੈ। ਜਿਮ ਦੇਹ ਅਰ ਬਲ ਛੀਨ। ਹਾਂ, ਜਿਵੇਂ ਦੇਹ ਅਰ ਬਲ ਛੀਨ ਇਕੱਠਾ ਕਰਨਾ, ਉਹ ਆਰ ਬਲ ਹੈ, ਜਾਨੀ ਉਹ ਅਰਥ ਵਾਸਤੇ ਅੰਨਾ ਆੜਾ ਕੰਨਾਂ ਵਿੱਚੋਂ ਲੈ ਆਰ ਬਲ ਉਮਰ ਦਾ ਹੁੰਦਾ, ਆਯੂ ਦਾ ਹੁੰਦਾ ਹੈ। ਜਿਵੇਂ ਉਮਰ ਤੋਂ ਬਗੈਰ ਦੇਹ ਨਿਕੰਮੀ ਹੈ, ਜੇ ਆਯੂ ਨਾ ਹੋਵੇ, ਦੇਹ ਮਰੀ ਪਈ ਮੁਰਦਾ ਪਈ ਕੋਈ ਸੋਹਣੀ ਲੱਗਦੀ ਹੈ। ਇਉਂ ਕਹਿੰਦੇ ਰਾਜੇ ਤੋਂ ਬਗੈਰ ਅਯੁੱਧਿਆਪੁਰੀ ਦਾ ਉਹ ਮੁਰਦਿਆਂ ਦੀ ਦੇਹ ਵਰਗਾ ਹਾਲ ਹੋ ਗਿਆ, ਕੋਈ ਨਹੀਂ ਸੋਹਣਾ ਲੱਗ ਰਿਹਾ ਹੈ। ਜਿਮ ਗਾਮ ਰਾਵ ਬਹੀਨ। ਜਿਵੇਂ ਪਿੰਡ ਕਿਸੇ ਰਾਜੇ ਤੋਂ ਬਿਨਾ ਹੋ ਜਾਏ ਸੰਜਾ। ਜਿਮ ਉਰਬਰਾ ਕ੍ਰਿਸ਼ ਸ਼ੀਨ। ਜਿਵੇਂ ਜਿਹੜੀ ਖੇਤੀ ਤੋਂ ਬਗੈਰ ਧਰਤੀ ਦੀ ਹਾਲਤ ਹੈ, ਜਿੱਥੇ ਖੇਤੀ ਸੋਹਣੀ ਖੜੀ ਹੋਵੇ ਹਰੀ ਭਰੀ ਤੇ ਧਰਤੀ ਸਜਦੀ ਹੈ, ਜਿਵੇਂ ਖੇਤੀ ਤੋਂ ਬਗੈਰ ਕਹਿੰਦੇ ਧਰਤੀ ਦਾ ਬੁਰਾ ਹਾਲ ਹੁੰਦਾ, ਉੱਥੇ ਘਾਹ ਹੀ ਖੜਾ ਹੁੰਦਾ, ਬਰੂ ਹੋਰ ਕੁਝ ਖੜਾ ਹੁੰਦਾ ਹੈ। ਉਹ ਕਹਿੰਦੇ ਖੇਤੀ ਤੋਂ ਬਗੈਰ ਜਿਵੇਂ ਧਰਤੀ ਦਾ ਬੁਰਾ ਹਾਲ ਹੁੰਦਾ, ਨਿਕੰਮੀ ਹੁੰਦੀ ਹੈ। ਜਿਮ ਦਿਰਬਹੀਨ ਭੰਡਾਰ। ਜਿਵੇਂ ਜਿਹੜਾ ਕੋਈ ਖਜ਼ਾਨਾ ਹੈ ਉਹਦੇ ਵਿੱਚ ਰੁਪਈਆ ਧੇਲਾ ਕੋਈ ਹੋਵੇ ਨਾ ਤੇ ਉਹ ਖਜ਼ਾਨਾ ਵੀ ਬੁਰਾ ਹੀ ਲੱਗਦਾ ਹੈ। ਜਿਮ ਸਾਹੇ ਹੀਨ ਵਪਾਰ। ਇਸੇ ਤਰ੍ਹਾਂ ਜਿਵੇਂ ਸ਼ਾਹੂਕਾਰ ਤੋਂ ਬਗੈਰ ਜਿਹੜਾ ਵਪਾਰ ਵੀ ਗਿਆ ਹੈ, ਜਾਂ ਵਪਾਰ ਤੋਂ ਬਗੈਰ ਸ਼ਾਹੂਕਾਰ ਵੀ ਨਿਕੰਮਾ ਹੀ ਹੁੰਦਾ, ਜਿਹਦਾ ਕੋਈ ਚੱਲਦਾ ਹੀ ਨਹੀਂ ਬਿਜ਼ਨਸ ਹੈ, ਉਹ ਕਾਲਾ ਸ਼ਾਹੂਕਾਰ ਐਵੇਂ ਨਿਕੰਮਾ ਹੀ ਹੈ। ਜਿਮ ਅਰਥਹੀਣ ਕਬਿਤ। ਜਿਸ ਤਰ੍ਹਾਂ ਜਿਹੜੀ ਕਵਿਤਾ ਹੈ ਉਹ ਅਰਥ ਤੋਂ ਬਗੈਰ ਹੋਵੇ, ਉਹਦਾ ਕੋਈ ਮਾਇਨਾ ਨਾ ਹੋਵੇ, ਵੀ ਉਹ ਕਵਿਤਾ ਤਾਂ ਹੋਵੇ, ਉਹਦਾ ਅਰਥ ਨਾ ਹੋ ਸਕਦਾ ਹੋਵੇ। ਇੱਥੇ ਜਦੋਂ ਪੰਚਾਇਤੀ ਅਖਾੜਾ ਨਿਰਮਲ ਅਖਾੜਾ ਆਉਂਦਾ ਹੁੰਦਾ ਸੀ, ਉਹਨਾਂ ਵਿੱਚ ਰਾਗੀ ਸਿੰਘ ਗੋਪਾਲ ਸਿੰਘ ਹੁੰਦਾ ਸੀ, ਅੱਖਾਂ ਤੋਂ ਤਾਂ ਸੂਰਮਾ ਸੀ, ਉਹ ਵਿਦਵਾਨ ਬੜਾ ਵਧੀਆ ਸੀ। ਸ਼ਾਮ ਨੂੰ ਉਹ ਦੀਵਾਨ ਲਾਉਣਾ ਹੁੰਦਾ, ਨਾਲੇ ਕੀਰਤਨ ਕਰਦਾ, ਨਾਲੇ ਦੋ ਚਾਰ ਉਹਨੇ ਸਾਖੀਆਂ ਵੀ ਸੁਣਾ ਦੇਣੀਆਂ, ਨਾਲੇ ਹਸਾ ਵੀ ਦੇਣਾ ਸੰਗਤ ਨੂੰ। ਉਹ ਮੈਂ ਵੀ ਉਦੋਂ ਛੋਟਾ ਜਿਹਾ ਇੱਥੇ ਸੀਗਾ, 11-12 ਕੁ ਸਾਲ ਦਾ ਸੀ, ਉਦੋਂ ਉਹ ਆਇਆ ਸੀ ਇੱਥੇ, ਤੇ ਰਾਤ ਨੂੰ ਬਹੁਤ ਸੰਗਤ ਦਾ ਇਕੱਠ ਹੁੰਦਾ ਸੀ। ਇੱਕ ਵਾਰੀ ਉਹਨੇ ਇਸ ਤਰ੍ਹਾਂ ਵੀ ਕਵਿਤਾ ਦੇ ਸੰਬੰਧ ਵਿੱਚ ਵੀ ਜਿਹਦਾ ਕੋਈ ਅਰਥ ਨਾ ਹੋਵੇ ਐਵੇਂ ਹੀ ਹੁੰਦਾ ਹੈ। ਉਹਨਾਂ ਨੇ ਬਹੁਤ ਲੰਮੀ ਸਾਰੀ ਕਵਿਤਾ ਜੀ ਅਰਥ ਤੋਂ ਹੀ ਨਹੀਂ ਸੁਣਾਈ ਸੀ। ਇੱਕ ਤੁਕ ਜੀ ਤਾਂ ਮੇਰੇ ਚੇਤੇ ਹੁਣ ਵੀ, ਜੋ ਉਹ ਕਹਿੰਦਾ ਸੀ ਵੀ ਆਹ ਅਰਥਹੀਣੀ ਕਵਿਤਾ ਹੈ। ਉਹ ਤੁਕ ਪੜ੍ਹੀ ਸੀ ਉਹਨੇ, ਗੱਡੀ ਚੱਲ ਪਈ ਨਨਕਾਣੇ ਸਾਹਿਬ ਤੇ ਧੰਨੇ ਨੇ ਗਊਆਂ ਚਾਰ ਗਿਆ। ਅਰਥਹੀਣੀ ਕਵਿਤਾ ਵੀ ਕਿੱਧਰ ਨਨਕਾਣਾ ਸਾਹਿਬ ਤੋਂ ਗੱਡੀ ਚੱਲ ਪਈ, ਦੂਜੇ ਪਾਸੇ ਕਹਿੰਦੇ ਗੰਨੇ ਨੇ ਗਊਆਂ ਚਾਰ। ਇਹ ਅਰਥਹੀਣੀ ਆ ਕਵਿਤਾ। ਇਹੋ ਜਿਹੀ ਬਹੁਤ ਲੰਮੀ ਉਹਨੇ ਸੁਣਾਈ ਸੀ ਕਵਿਤਾ, ਮੈਨੂੰ ਤਾਂ ਇੱਕ ਤੁਕ ਚ ਕਰੀ।
ਇਸ ਤਰ੍ਹਾਂ ਇੱਥੇ ਉਹ ਮਹਾਰਾਜ ਦੇ ਟ੍ਰਾਂਸ ਨੇ ਜਿਵੇਂ ਜਿਹੜੀ ਕਹਾਵਤ ਹੈ ਵਰਤ ਤੋਂ ਬਿਨਾ ਹੋਵੇ, ਜਿਹਦਾ ਕੋਈ ਮਹਿਨਾ ਨਾ ਬਣੇ, ਜਿਹਦੇ ਵਿੱਚੋਂ ਕੋਈ ਗਿਆਨ ਹੀ ਨਾ ਕਿਸੇ ਨੂੰ ਮਿਲੇ, ਉਹ ਕਹਦੇ ਐਵੇਂ ਕਵਿਤਾ ਹੁੰਦੀ ਨਿਕੰਮੀ। ਬਿਨ ਪ੍ਰੇਮ ਕੇ ਜਿਮ ਮਿੱਤ, ਜਿਵੇਂ ਪ੍ਰੇਮ ਤੋਂ ਬਗੈਰ ਮਿੱਤਰ ਹੋਵੇ ਤੇ ਉਹ ਕਿਸ ਕੰਮ ਹੈ, ਮਿੱਤਰ ਤੋਂ ਕੀ ਕਰਨਾ, ਪ੍ਰੇਮ ਤਾਂ ਕਰਦਾ ਨਹੀਂ। ਪ੍ਰੇਮ ਤੋਂ ਹੀਣਾ ਜਿਵੇਂ ਮਿੱਤਰ ਐਵੇਂ ਨਿਕੰਮਾ ਹੁੰਦਾ। ਉਹ ਰਾਜੇ ਤੋਂ ਬਗੈਰ ਅਯੁੱਧਿਆਪੁਰ ਦੇ ਬਾਸੀ ਲੋਕ ਵਿਚਾਰੇ ਨਿਕੰਮੇ ਹੈ। ਜਿਮ ਰਾਜਹੀਣ ਸੁਦੇਸ਼, ਜਿਵੇਂ ਚੰਗਾ ਬੜਾ ਸੋਹਣਾ ਦੇਸ਼ ਹੋਵੇ, ਸਰਜਾ ਵਿਜਲਾਸਾ ਹੋਵੇ, ਪਰ ਰਾਜੇ ਤੋਂ ਬਗੈਰ ਹੋਵੇ, ਉੱਥੋਂ ਦਾ ਕੋਈ ਰਾਜਾ ਨਾ ਹੋਵੇ, ਉਸ ਚੰਗੇ ਦੇਸ਼ ਨੂੰ ਕੀ ਕਰੂ ਭਲਾ ਕੋਈ। ਜਿਮ ਸੈਨਹੀਣ ਨਰੇਸ਼, ਇਹ ਮਹਾਰਾਜ ਕਹਿੰਦੇ ਜਿਵੇਂ ਰਾਜਾ ਤਾਂ ਹੋਵੇ, ਰਾਜੇ ਦੀ ਫੌਜ ਨਾ ਹੋਵੇ, ਫੌਜ ਤੋਂ ਬਗੈਰ ਰਾਜਾ ਕਿੱਥੇ ਸਜਦਾ, ਇਕੱਲਾ ਖੜਾ ਹੀ ਹੋਵੇ, ਸਲੂਟ ਕੋਈ ਮਾਰਨ ਵਾਲਾ ਨਾ ਹੋਵੇ। ਰਾਜਾ ਹੋਊ, ਉਹਦੀ ਫੌਜ ਹੋਊਗੀ, ਇੱਧਰੋਂ ਉੱਧਰੋਂ ਟੁਕੜੀ ਸਲਾਮਾਂ ਕਰਦੀ ਰਾਜਾ ਸਜਦਾ। ਜਿਵੇਂ ਫੌਜ ਤੋਂ ਬਗੈਰ ਰਾਜਾ ਵੀ ਐਵੇਂ ਹੀ ਹੁੰਦਾ ਹੈ। ਜਿਮ ਗਿਆਨਹੀਣ ਜੋਗਿੰਦਰ, ਹਾਂ ਜਿਹੜਾ ਜੋਗੀਆਂ ਦਾ ਇੰਦਰ ਹੈ, ਮਹਾਨ ਜਿਹੜਾ ਜੋਗਾ ਅਭਿਆਸੀ ਪੁਰਸ਼ ਹੈ, ਆਤਮਾ ਪਰਮਾਤਮਾ ਦੇ ਗਿਆਨ ਤੋਂ ਹੀਣਾ ਹੋਵੇ, ਉਹ ਕਾਲਾ ਜੋਗ ਅਭਿਆਸੀ ਹੈ। ਜਿਮ ਭੂਮਹੀਣ ਮਹੇਂਦਰ, ਹਾਂ ਜਿਵੇਂ ਧਰਤੀ ਤੋਂ ਬਗੈਰ ਕੋਈ ਮਹੇਂਦਰ ਹੋਵੇ, ਕਿਰਸਾਨ ਹੋਵੇ, ਜ਼ਿਮੀਂਦਾਰ ਹੋਵੇ, ਜਾਂ ਧਰਤੀ ਤੋਂ ਬਗੈਰ ਜਿਵੇਂ ਕੋਈ ਰਾਜਾ ਹੋਵੇ, ਐਵੇਂ ਰਾਜਾ ਹੋਵੇ, ਧਰਤੀ ਹੈ ਹੀ ਨਹੀਂ ਹੈ ਤੇ ਉਹ ਰਾਜ ਕਿੱਥੇ ਧਰਤੀ ਤੇ ਹੀ ਕਰੂਗਾ। ਜਾਂ ਜ਼ਿਮੀਂਦਾਰ ਹੋਵੇ, ਜ਼ਮੀਨ ਕੋਲੇ ਨਾ ਹੋਵੇ, ਇੱਕ ਸਿਆੜ ਬਣਾ ਹੋਵੇ, ਫਿਰ ਜ਼ਿਮੀਂਦਾਰ ਕੀ ਕਰੂਗਾ, ਉਹ ਵੀ ਨਿਕੰਮਾ ਹੀ ਹੁੰਦਾ ਹੈ। ਜਿਮ ਅਰਥਹੀਣ ਵਿਚਾਰ, ਜਿਵੇਂ ਕਹਿੰਦੇ ਜਿਹੜੀ ਕੋਈ ਸ੍ਰੇਸ਼ਟ ਜਿਹੜੀ ਵਿਚਾਰ ਅਰਥ ਤੋਂ ਹੀਣੀ ਹੋਵੇ, ਜਿਹਦਾ ਕੋਈ ਉਹ ਸਿਧਾਂਤ ਹੀ ਨਹੀਂ ਨਿਕਲਦਾ, ਵਿਚਾਰ ਤੋਂ ਰਿਜ਼ਲਟ ਹੀ ਨਿਕਲਦਾ, ਉਹ ਵਿਚਾਰ ਅਰਥਹੀਣੀ ਹੈ ਨਾ। ਜਿਵੇਂ ਵਿਚਾਰ ਕਹਿੰਦੇ ਅਰਥ ਦੇ ਗਿਆਨ ਤੋਂ ਹੀਣੀ ਹੋਵੇ, ਉਹ ਐਵੇਂ ਹੁੰਦੀ ਹੈ। ਜਿਮ ਦਰਬਹੀਣ ਉਦਾਰ, ਜਿਵੇਂ ਕੋਈ ਜਿਹੜਾ ਉਦਾਰਪਣਾ ਸਕੀਫ ਕਹਿਣਾ ਧਨ ਤੋਂ ਬਗੈਰ ਕਾਹਦਾ ਹੈ, ਜੇ ਕੋਲ ਤਾਂ ਟਕਾ ਨਹੀਂ, ਦਵਾਨੀ ਨਹੀਂ, ਸਕੀਫਣਾ ਕੀ ਕਰੂਗਾ, ਕੀ ਦੇਊਗਾ। ਉਦਾਰਤਾ ਨਾਲ ਜੇ ਕੋਲ ਮਾਇਆ ਹੋਈ ਫੇਰ ਹੀ ਸਕੀਫਣਾ ਹੈ, ਫੇਰ ਹੀ ਖੁੱਲ੍ਹ ਦੇ ਨਾਲ ਬੁੱਕ ਭਰ ਕੇ ਦੇਊਗਾ। ਜੇ ਧਨ ਕੋਲ ਨਹੀਂ, ਇਹਦਾ ਸੁਖ ਆਪਣਾ ਵੀ ਐਵੇਂ ਹੀ ਹੈ। ਜਿਮ ਅੰਕੁਸ਼ਹੀਣ ਗਜੇਸ਼, ਜਿਵੇਂ ਵੱਡਾ ਜਿਹੜਾ ਹਾਥੀ ਹੈ, ਉਹ ਮਹੋਦ ਦੇ ਕੁੰਡੇ ਤੋਂ ਬਗੈਰ ਐਵੇਂ ਹੁੰਦਾ, ਕਿਉਂਕਿ ਜੇ ਕੁੰਡੇ ਦੇ ਹੇਠ ਹੈ ਫਿਰ ਉਹ ਹਰ ਇੱਕ ਕੰਮ ਕਰਦਾ। ਜਿਹੜੇ ਆ ਸਿਖਾਏ ਹੁੰਦੇ ਹਾਥੀ, ਉਹ ਮੌਤ ਫਿਰ ਕੁੰਡੇ ਨਾਲ ਹੀ ਸਾਰਾ ਕੁਝ ਇਸ਼ਾਰਾ ਨਾਲ ਕਰਾਈ ਜਾਂਦੇ। ਓਡੇ ਤੋਂ ਵੱਡਾ ਹਾਥੀ ਕੁੰਡੇ ਤੋਂ ਬਗੈਰ ਕਹਿੰਦੇ ਕਾਹਦਾ ਹੈ, ਐਵੇਂ ਜੰਗਲ ਵਿੱਚ ਭੜਕਦਾ ਫਿਰਦਾ ਉਹ। ਜੇ ਕੁੰਡੇ ਦੇ ਹੇਠ ਉਹ ਸਿੱਖਿਆ ਹੁੰਦਾ, ਇੱਥੇ ਅਖਾੜੇ ਵਾਲੇ ਹੁੰਦੇ, ਉਤਨੀ ਜੀ ਉਹਨਾਂ ਦੀ ਸਿਖਾਈ ਹੁੰਦੀ ਸੀ, ਉਹ ਸਾਰਾ ਕੁਛ ਹੀ ਕਰਾਈ ਜਾਂਦੀ ਸੀ। ਮੌਤ ਇਸ਼ਾਰੇ ਨਾਲ ਕਹੀ ਜਾਂਦਾ ਸੀ, ਆਹ ਕਰਦਾ ਐ ਕਰ ਲਾ, ਹੁਣ ਤੂੰ ਮੱਥਾ ਟੇਕ ਸ਼੍ਰੀ ਮਹੰਤ ਨੂੰ, ਹੁਣ ਤੂੰ ਰੁਪਈਆ ਚੁੱਕ ਲਾ, ਆ ਮੈਨੂੰ ਫੜਾ ਦੇ। ਉਹ ਬੜਾ ਜਿਹਾ ਕਹੀ ਜਾਂਦਾ, ਉਹ ਚੁੱਕ ਕੇ ਰੁਪਈਏ ਤਾਂ ਫੜਾਈ ਜਾਂਦੀ ਉਹਨੂੰ ਉੱਪਰਲੇ ਨੂੰ। ਇਸ ਤਰ੍ਹਾਂ ਜਾਣੀ ਉਹ ਜਿਹੜਾ ਇਹ ਕੁੰਡੇ ਤੋਂ ਬਗੈਰ ਸਿੱਖਿਆ ਨਹੀਂ ਨਾ ਹੁੰਦਾ ਹੈ। ਨਾਨਕ ਹਸਤੀ ਕੁੰਡੇ ਬਾਹਰਾ, ਫਿਰ ਉਜੜ ਪਾਏ, ਉਜਾੜ ਵਿੱਚ ਹੀ ਫਿਰਦਾ ਹੁੰਦਾ, ਐਵੇਂ ਧੱਕਾ ਖਾਂਦਾ ਨਿਕੰਮਾ। ਇਹ ਕੁੰਡੇ ਤੋਂ ਬਗੈਰ ਹਾਥੀ ਵੀ ਕਿਸ ਕੰਮ ਹੁੰਦਾ ਹੈ। ਜਿਮ ਸੈਨਹੀਣ ਨਰੇਸ਼, ਫਿਰ ਉਸੇ ਕਹਿੰਦੇ ਜਿਵੇਂ ਫੌਜ ਤੋਂ ਬਗੈਰ ਰਾਜਾ ਹੁੰਦਾ ਹੈ, ਐਵੇਂ ਹੀ ਨਿਕੰਮਾ ਦੁੱਖ ਸਜਦਾ ਨਹੀਂ ਹੈ। ਜਿਮ ਸ਼ਸਤਰਹੀਣ ਲੁਝਾਰ, ਜਿਵੇਂ ਲੜਾਕਾ ਸੂਰਬੀਰ ਜੰਗੀ ਯੋਧਾ ਸ਼ਸਤਰੋਂ ਤੋਂ ਬਿਨਾਂ ਐਵੇਂ ਹੀਣਾ ਨਿਕੰਮਾ ਹੁੰਦਾ, ਕੁਝ ਨਹੀਂ ਕਰ ਸਕਦਾ। ਜਿਮ ਬੁੱਧ ਬਾਝ ਵਿਚਾਰ, ਜਿਵੇਂ ਕਹਿੰਦੇ ਚੰਗੀ ਬੁੱਧ ਤੋਂ ਬਜ਼ਾਰ ਜਿਹੜੀ ਕੋਈ ਵਿਚਾਰ ਉਹ ਕਾਹਦੀ ਹੈ, ਉਹ ਤਾਂ ਚੰਗੀ ਬੁੱਧ ਨਾਲ ਹੀ ਹੋਊਗੀ।
ਉੱਚਾ। ਜਿਮ ਨਾਰਹੀਣ ਪਤਾਰ। ਮਹਾਰਾਜ ਕਹਿੰਦੇ ਜਿਵੇਂ ਇਸਤਰੀ ਪਤੀ ਤੋਂ ਬਗੈਰ ਐਵੇਂ ਹੁੰਦੀ ਹੈ, ਜਿਵੇਂ ਨਾਰਹੀਣ। ਜਿਮ ਨਾਰਹੀਣ ਪਤਾਰ। ਹਾਂ, ਜਿਵੇਂ ਕਹਿੰਦੇ ਇਸਤਰੀ ਤੋਂ ਬਗੈਰ ਜਿਹੜਾ ਕੋਈ ਪਤੀ ਹੈ ਉਹ ਵੀ ਸਜਦਾ ਨਹੀਂ ਹੈ, ਉਹ ਵੀ ਇਕੱਲਾ ਵਿਚਾਰਾ ਐਵੇਂ ਹੀ ਅੱਗ ਬਾਲਣ ਵੇਲੇ ਦਾੜੀ ਫੂਕਦਾ। ਜਿਮ ਕੰਤਹੀਣ ਸੋ ਨਾਰ। ਇਹ ਕਹਿੰਦਾ ਜਿਹੜੀ ਇਸਤਰੀ ਆਪਣੇ ਮਾਲਕ ਤੋਂ ਬਗੈਰ ਵੀ ਐਵੇਂ ਨਿਕੰਮੀ ਹੁੰਦੀ ਤਾਂ ਕਈ ਖਾਂਦੀ। ਜਿਮ ਬੁੱਧਹੀਣ ਕਬਿੱਤ। ਹਾਂ, ਬੁੱਧੀ ਤੋਂ ਬਿਨਾਂ ਜਿਵੇਂ ਕੋਈ ਜਿਹੜੀ ਕਵਿਤਾ ਉਹ ਵੀ ਨਿਕੰਮੀ ਹੁੰਦੀ ਹੈ, ਅਰਥ ਬਿਨਿਆ ਤੋਂ ਰਹਿਤ ਹੁੰਦੀ। ਜਿਮ ਪ੍ਰੇਮਹੀਣ ਸੋ ਮਿੱਤ। ਜਿਵੇਂ ਪ੍ਰੇਮ ਤੋਂ ਹੀਣਾ ਮਿੱਤਰ ਹੋਵੇ, ਪ੍ਰੇਮ ਕਰਦਾ ਨਾ ਹੋਵੇ, ਮਿੱਤਰ ਤੋਂ ਕੀ ਕਰਾਉਣਾ, ਐਵੇਂ ਹੀ ਹੁੰਦਾ ਨਿਕੰਮਾ। ਜਿਮ ਦੇਸ਼ ਭੂਪ ਵਿਹੀਨ। ਜਿਵੇਂ ਕਹਿੰਦੇ ਦੇਸ਼ ਤੋਂ ਬਗੈਰ ਕੋਈ ਰਾਜਾ ਹੋਵੇ, ਉਹ ਵੀ ਕੀ ਕਰੂਗਾ ਜਦੋਂ ਕੋਈ ਦੇਸ਼ ਤਾਂ ਹੈ ਨਹੀਂ ਹੈ। ਬਿਨ ਕੰਤ ਨਾਰ ਅਧੀਨ। ਹਾਂ, ਇਸ ਤਰ੍ਹਾਂ ਕਹਿੰਦੇ ਜਿਹੜੀ ਕੋਈ ਬਿਨਾਂ ਮਾਲਕ ਤੋਂ ਇਸਤਰੀ, ਉਹ ਵੀ ਵਿਚਾਰੀ ਪਰਾਧਾਨੀ ਹੁੰਦੀ ਹੈ, ਉਹ ਆਇਨ ਬਾਣੀ ਹੁੰਦੀ ਹੈ। ਜਿਮ ਭਾਂਤ ਵਿਪਰ ਅਬਿਦ। ਹਾਂ, ਮਹਾਰਾਜ ਕਹਿੰਦੇ ਜਿਵੇਂ ਕੋਈ ਹੋਵੇ ਤਾਂ ਬ੍ਰਾਹਮਣ ਹੋਵੇ ਅਨਪੜ੍ਹ। ਅਨਪੜ੍ਹ ਕਹਿੰਦੇ ਜਿਹੜਾ ਬ੍ਰਾਹਮਣ ਉਹ ਵੀ ਕਿਸ ਕੰਮ ਹੈ, ਉਹਨੇ ਕੀ ਸ਼ਲੋਕ ਦੀ ਵੇਦ ਦੀ ਸਰਤੀ ਸੁਣਾ ਦੇਣੀ, ਕੋਈ ਗਿਆਨ ਕਥਾ ਸੁਣਾ ਦੇਣੀ, ਐਵੇਂ ਨਿਕੰਮਾ ਹੈ। ਜਿਮ ਅਰਥਹੀਣ ਸਬਿਦ। ਹਾਂ, ਜਿਵੇਂ ਕੋਈ ਵਿਦਿਆ ਪੜ੍ਹਿਆ ਹੋਇਆ ਪਰ ਅਰਥ ਦਾ ਗਿਆਨ ਹੈ ਨਹੀਂ ਉਹਨੂੰ, ਅਰਥ ਦੇ ਨਾਲ ਕੋਈ ਗਿਆਨ, ਅਰਥ ਕਰਕੇ ਗਿਆਨ ਕੋਈ ਦ੍ਰਿੜਾ ਨਹੀਂ ਸਕਦਾ ਹੈ। ਵਿਦਿਆ ਸਹਿਤ ਅਰਥ ਤੋਂ ਹੀਣਾ, ਜਿਵੇਂ ਹੋਵੇ ਅਰਥ ਦਾ ਕੋਈ ਗਿਆਨ ਹੀ ਨਾ ਹੋਵੇ। ਤੇ ਕਹੇ ਸਰਬ ਨਰੇਸ਼। ਇਸੇ ਤਰ੍ਹਾਂ ਕਹਿੰਦੇ ਇਹ ਰਾਜੇ ਦੇ ਮਰਨ ਕਰਕੇ ਜਾਨੀ ਅਯੁੱਧਿਆਪੁਰੀ ਵਿੱਚ ਸਾਰੇ ਨਿਕੰਮੇ ਹੋ ਗਏ। ਇਹ ਪ੍ਰਸੰਗ ਕਹਿ ਕੇ ਹੁਣ ਕਹਿੰਦੇ ਇਹ ਮਹਾਰਾਜ ਕਹਿੰਦੇ ਸਾਰੇ ਰਾਜਿਆਂ ਦੇ ਪ੍ਰਸੰਗ ਕਹੇ ਜੋ ਆ ਗਏ ਇਹ ਦੇਸ਼। ਜਿਹੜੇ ਜਨਮ ਧਾਰ ਕੇ ਇਸ ਭਾਰਤ ਭੂਮੀ ਇਸ ਦੇਸ਼ ਵਿੱਚ ਆ ਗਏ, ਉਹਨਾਂ ਦੇ ਪ੍ਰਸੰਗ ਅਸੀਂ ਕਹੇ, ਬਾਹਰਲੇ ਦੇਸ਼ਾਂ ਦੇ ਨੇ, ਰਾਜਿਆਂ ਦੇ ਨਹੀਂ ਕਹੇ। ਕਰ ਅਸ਼ਟ 10 ਪੁਰਾਣ। ਹਾਂ, ਫਿਰ ਵਿਆਸ ਜੀ ਨੇ ਜਿਹੜੇ 18 ਪੁਰਾਣ ਕੀਤੇ, ਉਹਦੇ ਵਿੱਚ ਕਥਨ ਕੀਤੇ ਹੈ। ਤਿਜ ਵਿਆਸ ਵੇਦ ਨਿਧਾਨ। ਜਿਹੜਾ ਵਿਆਸ ਵਿਦ ਕੀ ਪੰਡਤ ਸਾਰਿਆਂ ਵਿਦਿਆ ਦਾ ਖਜ਼ਾਨਾ ਹੈ ਸੀ। ਕੀਨੇ 18 ਪਰਬ। ਉਸਨੇ ਜਿਹੜੇ 18 ਪਰਬਾਂ ਵਾਲਾ ਮਹਾਭਾਰਤ ਵੀ ਰਚਿਆ। ਜਗ ਰੀਜਿਆ ਸੁਨ ਸਰਬ। ਜਿਸ ਨੂੰ ਸਾਰਾ ਸੰਸਾਰ ਸੁਣ ਸੁਣ ਕੇ ਬੜਾ ਪ੍ਰਸੰਨ ਹੁੰਦਾ, ਖੁਸ਼ ਹੁੰਦਾ। ਇਹ ਵਿਆਸ ਬ੍ਰਹਮ ਅਵਤਾਰ। ਮਹਾਰਾਜ ਕਹਿੰਦੇ ਇਸ ਤਰ੍ਹਾਂ ਜਿਹੜਾ ਬ੍ਰਹਮਾ ਸੀ ਉਹ ਵਿਆਸ ਦਾ ਅਵਤਾਰ ਹੋਇਆ। ਭਏ ਪੰਚ ਮੋਹ ਮੁਖ ਚਾਰ। ਤੇ ਜਿਹੜਾ 4 ਮੂੰਹਾਂ ਵਾਲਾ ਬ੍ਰਹਮਾ ਇਹ 5ਵਾਂ ਅਵਤਾਰ ਵਿਆਸ ਜੀ ਦਾ ਹੋਇਆ ਸੀ, ਜਿਸ ਨੇ ਪੁਰਾਣ ਰਚੇ, ਪੁਰਾਣਾਂ ਵਿੱਚ ਰਾਜਿਆਂ ਦੇ ਪ੍ਰਸੰਗ ਕਥਨ ਕੀਤੇ, ਲਿਖੇ, ਜਿਨ੍ਹਾਂ ਦੇ ਵਿੱਚੋਂ ਇਹ ਅੱਜ ਰਾਜੇ ਦਾ ਵੀ ਪ੍ਰਸੰਗ ਪੁਰਾਣਾਂ ਵਿੱਚ ਲਿਖਿਆ। ਤੇ ਗੁਰੂ ਮਹਾਰਾਜ ਨੇ, ਗੁਰੂ ਨਾਨਕ ਸਾਹਿਬ ਜੀ ਨੇ ਇਹਦੇ ਸੰਬੰਧ ਵਿੱਚ 2 ਤੁਕਾਂ ਲਿਖੀਆਂ। ਅਜੈ ਸੋ ਰੋਵੈ ਭੀਖਿਆ ਖਾਏ, ਐਸੀ ਦਰਗਾਹ ਮਿਲੈ ਸਜਾਏ। ਵੀ ਹੈ ਤਾਂ ਭਾਵੇਂ ਮਹਾਨ ਸੀ, ਪਰ ਅਹੰਕਾਰ ਹੋਣ ਕਰਕੇ ਫਿਰ ਅਖੀਰ ਤੇ ਇਹਦੀ ਦੁਰਦਸ਼ਾ ਹੋਈ। ਹੁਣ ਜੇ ਪਹਿਲਾਂ ਬੜਾ ਧਰਮੀ ਸੀ, ਇਹਦੇ ਸੰਬੰਧ ਵਿੱਚ ਪੁਰਾਣਾਂ ਵਿੱਚ ਲਿਖਿਆ ਵੀ ਅੰਮ੍ਰਿਤ ਵੇਲੇ ਇਸ਼ਨਾਨ ਆਦਿਕ ਦੀ ਕਿਰਿਆ ਕਰਕੇ ਸਭ ਤੋਂ ਪਹਿਲਾਂ ਕਹਿੰਦੇ ਸੂਰਜ ਦੇ ਦਰਸ਼ਨ ਕਰਦਾ ਹੁੰਦਾ ਸੀ, ਫਿਰ ਸਵਾ ਪਹਿਰ ਦਿਨ ਚੜ੍ਹੇ ਤੱਕ ਦਾਨ ਕਰਦਾ ਰਹਿੰਦਾ ਹੈ ਇਹ ਅੱਜ ਰਾਜਾ। ਉਦੋਂ ਬਾਅਦ ਫਿਰ ਕਹਿੰਦੇ ਤਵੇਲੇ ਵਿੱਚ ਚਲਿਆ ਜਾਂਦਾ,
ਵੀ ਇੱਥੇ ਜਿਹੜਾ ਕੋਈ ਪਸ਼ੂ ਡੰਗਰ ਹੈ ਕਿਸੇ ਨੂੰ ਕੋਈ ਤਕਲੀਫ ਤਾਂ ਨਹੀਂ ਹੈ, ਜਿਹਦੇ ਸਾਰਿਆਂ ਦੀ ਤਵੇਲੇ ਦੀ ਪਸ਼ੂਆਂ ਡੰਗਰਾਂ ਦੀ ਨਜ਼ਰਸਾਨੀ ਕਰਦਾ। ਉਦੋਂ ਬਾਅਦ ਕਹਿੰਦੇ ਮਹਿਲਾਂ ਵਿੱਚ ਆ ਜਾਂਦਾ, ਉੱਥੇ ਪ੍ਰਸ਼ਾਦਾ ਪਾਣੀ ਛਕ ਲੈਂਦਾ, ਫਿਰ ਕਹਿੰਦੇ ਰਾਜ ਸਭਾ ਵਿੱਚ ਕਚਹਿਰੀ ਵਿੱਚ ਜਾਂਦਾ, ਫਿਰ ਉੱਥੇ ਸਭ ਦਾ ਇਹ ਦਾਦ ਫਰਿਆਦ ਸੁਣ ਕੇ ਨਿਆਂ ਕਰਦਾ। ਇਸ ਤਰ੍ਹਾਂ ਦਾ ਇਹਦਾ ਜਿਹੜੀ ਨਿਯਮ ਸੀ ਵੀ ਪਹਿਲਾਂ ਸਵੇਰੇ ਉੱਠ ਕੇ ਦਾਨ ਕਰਨਾ ਸਵੇ ਪੈਰ ਦਿਨ ਤੱਕ, ਉਦੋਂ ਬਾਅਦ ਤਵੇਲੇ ਜਾਣਾ, ਫਿਰ ਰੋਟੀ ਖਾਣੀ, ਫਿਰ ਕਚਹਿਰੀ ਵਿੱਚ ਜਾਣਾ। ਰੱਬ ਦੀ ਨੇਤ ਇੱਕ ਵਾਰੀ ਜਦੋਂ ਇਹ ਤਵੇਲੇ ਵਿੱਚ ਗਿਆ ਹੋਇਆ ਸੀ, ਜਿਹੜਾ ਕੋਈ ਸਾਧੂ ਹੈ ਉਹ ਆਇਆ ਹੈ ਦਾਨ ਲੈਣ ਵਾਸਤੇ, ਤੇ ਲੋਕਾਂ ਨੇ ਕਹਿ ਦਿੱਤਾ ਵੀ ਇਸ ਸਮੇਂ ਤਾਂ ਰਾਜਾ ਹੁਣ ਸਵਾ ਪੈਰ ਦਿਨ ਚੜ੍ਹ ਗਿਆ, ਉਹ ਤਾਂ ਹੁਣ ਤਵੇਲੇ ਵੱਲ ਚਲਿਆ ਗਿਆ, ਤੇ ਤੂੰ ਵੀ ਸਮਾਂ ਲੰਘ ਗਿਆ, ਤੇ ਜੇ ਤਾਂ ਉਦੋਂ ਆ ਜਾਂਦਾ ਤੈਨੂੰ ਵੀ ਮਿਲ ਜਾਂਦਾ। ਉਹ ਸੁਣ ਕੇ ਤਵੇਲੇ ਵੱਲ ਨੂੰ ਇਹ ਸਾਧੂ ਚਲਿਆ ਗਿਆ, ਤੇ ਜਾ ਕੇ ਸਦਾ ਉਚਾਰਤੀ ਲੱਖ ਲੱਖ ਕਹਿਤਾ। ਰਾਜਾ ਕਹਿਣ ਲੱਗਿਆ ਵੀ ਪਹਿਲਾਂ ਕਿੱਥੇ ਫਿਰਦਾ ਸੀ ਤੂੰ, ਮੈਂ ਤਾਂ ਹੁਣ ਤਵੇਲੇ 'ਚ ਇੱਥੇ ਮੇਰੇ ਕੋਲੇ ਕੀ ਹੈ, ਕੱਲ ਨੂੰ ਆਈ ਤੇ ਫਿਰ ਲੈ ਜਾਈ। ਕਹਿੰਦਾ ਵੀ ਕੱਲ ਕਿਸੇ ਨੇ ਦੇਖਿਆ ਆਊ ਕਿ ਨਹੀਂ ਆਊ। ਇਹ ਜਿਹੜੇ ਸਾਧੂ ਹੁੰਦੇ ਇੱਕ ਵਾਰੀ ਸਦਾ ਉਚਾਰਦੇ ਹੁੰਦੇ, ਬਾਰ ਬਾਰ ਨਹੀਂ ਮੰਗਤੇ, ਉਹਨੂੰ ਬਾਜਾਂ ਮਾਰਦੇ। ਇਹ ਤਾਂ ਮੰਗਦੇ ਕਹਿੰਦੇ ਜਿੰਨਾ ਚਿਰ ਦਿੰਦਾ ਨਹੀਂ ਇੰਨਾ ਚਿਰ ਕਰੀ ਜਾਂਦੇ, ਲਾਲਾ ਪਾਈ ਜਾਂਦੇ। ਕਹਿੰਦੇ ਮੈਂ ਸਾਧੂ ਹੈ, ਮੈਂ ਤਾਂ ਇੱਕ ਵਾਰੀ ਇਹ ਕਹਿਤਾ ਵੀ ਭਾਈ ਦੇ ਦੇ, ਬਾਰ ਬਾਰ ਨਹੀਂ ਆਉਣਾ ਮੈਂ। ਕਹਿੰਦਾ ਇੱਥੇ ਤਾਂ ਕੁਝ ਹੈ ਨਹੀਂ। ਅਰੇ ਇਸ ਸਮੇਂ ਦਾ ਤੂੰ ਰਾਜਾ ਹੈ, ਰਾਜੇ ਕੋਲ ਸਭ ਕੁਝ ਹੁੰਦਾ, ਜੋ ਹੈਗਾ ਹਾਜ਼ਰ ਉਹ ਦੇ ਦੇ। ਇਹ ਗੁੱਸੇ ਵਿੱਚ ਹੀ ਆ ਗਿਆ। ਕਹਿੰਦਾ ਇਸ ਵੇਲੇ ਤਾਂ ਇੱਥੇ ਹੱਥ ਵੇਲੇ ਵੀ ਖੜਿਆ, ਘੋੜਿਆਂ ਦੀ ਲੱਦ ਹੈ, ਇਹ ਤੈਨੂੰ ਦੇ ਦਿੰਦਾ ਬੁੱਕ। ਕਹਿੰਦੇ ਚੱਲ ਹੀ ਦੇ ਦੇ। ਚੱਕ ਕੇ ਉਹਦੇ ਝੋਲੀ 'ਚ ਪਾ ਦਿੱਤੀ। ਹੁਣ ਪੂਰਾ ਸਾਧੂ ਸੀ। ਉਹ ਕਹਿੰਦਾ ਰਾਜਨ ਇਹ ਤੇਰਾ ਦਾਨ ਦਿੱਤਾ 10 ਗੁਣਾ ਵਧੇ, 100 ਗੁਣਾ ਵਧੇ ਫੁੱਲੇ। ਤੇ ਲਿਆ ਕੇ ਆਪਣੇ ਬਾਹਰ ਜੰਗਲ ਵਿੱਚ ਇੱਥੇ ਉਹ ਡੇਰਾ ਜਿਹਾ ਸੀ, ਛੰਨ ਝੂਠੀ ਜੀ ਪਾਈ ਸੀ, ਉਹਦੇ ਝੁੱਗੀ ਦੇ ਪਿੱਠ ਪਿੱਛੇ ਸਿਰਤੀ ਲੱਦ ਜੀ। ਉਹ ਸਾਧੂ ਬੋਲੇ ਸਹਿਜ ਸੁਭਾਏ, ਸਾਧੂ ਦਾ ਬੋਲਿਆ ਬਿਰਥਾ ਨਾ ਜਾਏ। ਉਹ ਲੱਦ ਵਧਣੀ ਸ਼ੁਰੂ ਹੋ ਗਈ। 10 ਗੁਣਾ 100 ਗੁਣਾ ਕਿਹਾ ਸੀ ਵੀ ਤੇਰਾ ਦਾਨ ਦਿੱਤਾ ਵਧੇ ਫੁੱਲੇ 10 ਗੁਣਾ 1000 ਗੁਣਾ। ਉਹ ਇੰਨਾ ਵਧੀ ਲੱਦੀ, ਢੇਰਾਂ ਦੇ ਢੇਰ ਲੱਗੇ ਪਏ ਆ ਪਿੱਠ ਪਿੱਛੇ। ਇੱਕ ਵਾਰੀ ਕਿਤੇ ਰਾਜਾ ਬਾਹਰ ਗਿਆ, ਫਿਰ ਸਾਨੂੰ ਜੰਗਲ ਵਿੱਚ ਦੇਖਿਆ ਬੜਾ ਦੋਨਾਂ ਲੱਦ ਦਾ ਢੇਰ ਲੱਗਿਆ ਪਿਆ। ਵਜ਼ੀਰਾਂ ਨੂੰ ਪੁੱਛਣ ਲੱਗਿਆ ਵੀ ਇੱਥੇ ਕੋਈ ਘੋੜਿਆਂ ਦਾ ਤਬੇਲਾ? ਹਾਂ ਇੱਥੇ ਕੋਈ ਰੀੜਾ ਤਾਂ ਹੈ ਨਹੀਂ, ਲੱਦ ਬੜੀ ਹੈ, ਢੇਰ ਲੱਗੇ ਪਏ। ਉਹ ਕੁੱਤਿਆਂ ਦੀ ਕੁਟੀਆ ਜੀ ਵੇਖ ਕੇ ਕਹਿੰਦੇ ਉਹਨੂੰ ਪੁੱਛ ਕੇ ਆਓ, ਉਹ ਦੱਸੂਗਾ। ਉਹ ਵਜ਼ੀਰ ਚਲੇ ਗਏ। ਕਹਿੰਦੇ ਮਹਾਰਾਜ ਆਹ ਲੱਦ ਇੰਨੀ ਕਹਿੰਦੀ ਹੈ। ਕਹਿੰਦੇ ਅੱਜ ਰਾਜਾ ਜਿਹੜਾ ਅਯੁੱਧਿਆ ਦਾ ਰਾਜਾ ਹੈ, ਉਹਨੇ ਸਾਨੂੰ ਦਿਲ ਦਾ ਇਹ ਦਾਨ ਦਿੱਤਾ ਸੀ ਇੱਕ ਬੁੱਕ ਭਰ ਕੇ। ਇਹ ਭਾਈ ਉਹਦਾ ਦਿਲ ਦਾ ਦਾਨ ਦਿੱਤਾ, ਹੁਣ 10 ਗੁਣਾ 100 ਗੁਣਾ ਵੱਧ ਰਿਹਾ ਰੋਜ਼ ਦੀ ਰੋਜ਼। ਕਹਿੰਦੇ ਫੇਰ ਮਹਾਰਾਜ? ਕਹਿੰਦੇ ਫੇਰ ਕੀ ਹੈ, ਦਾਨ ਦਿੱਤਾ ਉਹਨੂੰ ਖਾਣਾ ਪਊਗਾ, ਇਹ ਲੱਡੂ ਨੂੰ ਖਾਣੀ ਪਊਗੀ। ਵਜ਼ੀਰਾਂ ਨੂੰ ਦੱਸਦਾ, ਕਹਿੰਦੇ ਮਾਰੇ ਪਿਉੜਾ ਤਾਂ ਪੈ ਗਿਆ। ਇਹਦਾ ਮਾਰਾ ਤੁਹਾਡਾ ਦਾਨ ਦਿੱਤਾ ਹੀ ਵੱਧ ਰਿਹਾ। ਉਹ ਸਾਧੂ ਕਹਿੰਦਾ ਵੀ ਉਹਨੇ ਇੱਕ ਬੁੱਕ ਦਿੱਤਾ ਦਾਨ, ਤੇ ਦਾਨ ਦਿੱਤਾ ਦਾਨ ਵੱਧਦਾ ਹੁੰਦਾ ਹੈ। ਕਹਿੰਦੇ 10 ਗੁਣਾ 100 ਗੁਣਾ ਰੋਜ਼ ਵੱਧਦਾ ਹੈ। ਤੇ ਅਸੀਂ ਪੁੱਛਿਆ ਸੀ ਫਿਰ ਇਹ ਕਹਿੰਦੇ ਉਹ ਰਾਜੇ ਨੂੰ ਖਾਣਾ ਪਊਗਾ, ਅਸੀਂ ਥੋੜ੍ਹਾ ਖਾਣਾ ਹੈ, ਉਹਨੇ ਦਾਨ ਦਿੱਤਾ ਉਹ ਖਾਊਗਾ।
बन गई भारी राजे ने। ये की पौड़ा पै गया, ये लग्या मेहनत ताले करना। कहता महाराज बहुत बड़ी गलती हो गई, इन्नी लद खानी तो दो सके। कहता खानी तो तेनों पैनी है, हुण खा ला, फिर खा ला, अगले जन्म खा ला, तेनों खानी, तेरा नहीं खाना छुटना। कहना महाराज साधु लोग होंदे है, इन्हां कोल जुगतियां मुक्तियां होंदियां, फिर कोई जुगती मुक्ति दस दो, मेरा खड़ा छुट जे। बहुत मेहनत चलनी है, कहते लै भी कहते जुगती मुक्ति ये है, सौखा तरीका है। वो किया भी तू अपनी बद तो बद निंदिया करा, भंडी करा। ते रब ने ये नियम मन्निया है भी जेडे निंदक लोग है ये गंदगी खा लेंदे है। निंदिया करन नूं गंदगी खा लिया है, दूजे ने अणहोंदा भार निंदक सिर धरै, अणहोया भार चुक लेंदे, खा लेंदे निंदक। तू निंदिया करा ला, ये खा जाणगे सारे निंदक। हुण शराब तां पींदा नहीं सी ये राजा, धर्मी सी, दान पुन करदा सी, फस गया। फिर इन्हें अपनी निंदिया कराने वास्ते की तरीके से किया ना, गंगा का जल जा बोतल विच भर लिया, लिया के सभा विच जिवें शराब पींदे हुंदे ना, लग गया पीण। बिंदक पिछों भर ले दिखा दिखा के, ते वो जिवें शराबी जी सिर जा मारदे हुंदे उवें करे। लगे फिर उत्थे कहते भी राजा तो बिगड़ गया, रब का शराबी बन गया। ये तो बहुत भी बड़ा धर्मी सी, ये तो होर ही पासे पुट्ठे चल पिया। कोई लड़की आई, वो एवं इन्हें बांह जी फड़ ली, उन्होंने देख के तो फिर चल पिया कम ना कर। तो सारे अयोध्या शहर दे जिथे किथे भी राजा था शराबी कबाबी, राजे ने अज भाई कुड़ी फड़ ली। जी गल दे तेरे दी, तेरा ने ट्रेर मुक गया, सारी मुक गई, रह गया उत्थे बुक। फिर आया कहना मारा भी तुहाडी कृपा हुई, जुगती मुक्ति नाल खा गए निंदक सारी। हुण आ बुक कहते ये तो तैनू खानी पऊ। कहते महाराज यदि भी जुगती मुक्ति दस दो कोई, ये तो भी खड़ा छुट जे। साधु एक जुगती मुक्ति हैगी, पर वो तू कामयाब नहीं। कहता दसो सही, मैं कोशिश तो करूँगा। कहते ये है भी जेड़ा पूर्ण साधु होवे ना, जिन्हों रब का ज्ञान होया होवे, रब विच मिलिया होवे, वो पूर्ण साधु, पुजया होया साधु, वो तेनू माड़ा माड़ा कह दे, वो तेनू निंदे भंडदे। फिर कहते वो साधु खा लूगा ये भुख, पर इन्नी गल है भी साधु ने नहीं खानी, ये तो खानी तेनू पैनी। कहता जी कोशिश तो करके वेखते हैं, शायद खड़ा छुट जे। फिर भेजा बदल के विशेष्ट कोल गया, ये चंगा है। लग गया भेज बदल के, देखो जी अयोध्या का राजा कैसा, तुसीं सुनिया होना लोगों तो शहर चों भी वो तो देखो किड्डा कर्मी धर्मी, शराब पीण लग गया जी, उन्हें आए भी लड़की की बांह फड़ ली जी, किड्डा माड़ा जी। विशेष्ट जी तुसीं माड़ा मोटा सोचो, राजे नूं करना चाहिए जी। वो बार बार करके उधर घूम घूम के लियावे। विशेष्ट जी हस पे कहते भला मानस बन होए, वो जरा बुक जा तेनू खाना पैना। ये मुक्ति जुगती असीं सरबागा, सानू सब कुछ पता। हुण निंदा चुगली करा के मैनू खोना देना, तू चुगला मारस करके खा ला, इत्थे खा ला, नहीं तो फिर नहीं, फिर बदनी छुड़ी, होर बदनी छुड़ी हो जाए। खा लैन भला मानस। फिर बेचारा
श्रेष्ठ जी ने जो कहता भी हूँ तो उधरों उन्होंने कहा भी तेनों खानी इधरों ही कही जाता प्यो भी तेनों खानी पैनी भी हूँ तो आप खा ही लीए। फिर साधु कोल गया कहना मारा भी हूँ खानी तो पैनी है कोई ढंग तरीका दस दो हीले तो खानी बहुत औखी है। कहते लै इन्ना कि तेन दस दिने ते ढंग तरीका जो तू रोटी खान लगे ना उदों खा लिया कर। उदों किवें खाया करा कहते इनू चंगी तरह सुका ला फिर अगला पाउडर जा बना ला जिमें चूर्ण होंदा है ते बस जो रोटी खान लगे उदों कहते चुटकी की ला के मुँह च पा ली उतों की रोटी खानी शुरू करती। बस फिर अद्धा पता नहीं लगना तो चले जाए किसी को की पता भी लैते खांदा रोटी खाने दे बहाने तू चुटकी रोज खा लिया कर मुक जाऊगी खड़ा छुट जाऊगा। वो फिर अजय सुरव भीख्या खाए ऐसी दरगाह मिले सजाए जो रोटी खांदा चुटकी लगती मूँह ही पाउंदा बड़ा रोंदा कदे दिता सी मुकदा नाले रोंदा नाले उल्ले खांदा चुटकी। इस तरह है जानी गुरु महाराज ने इस अज राजे ने भी हंकार विच आके कुछ किया सी वो एडा बड़ा धर्मी हुंदा एक गलती करके वो बेचारा रोया। ये साधु नूं किते हंकार विच आके गुस्से विच आके लिद्दा बुक ना आंदा कानू रोंदा। इस करके भी ये संतन छेती मशकरी को डोबन की रीत ये को डोबन की मर्यादा है। साधु नूं मशकरी नहीं करनी साधु दे नाल है 420 करनी। तो इस तरह है अज राजे की जी साखी है वो जिथे गुरु महाराज का तुक आँदी उत्थे वो महापुरुष लाया करते सन। उत्थे भावें गुरु कलगीधर जी ने नहीं लाई सीधा कह दिता भी अपने आप को किसी समझिया नहीं। फिर परमेश्वर की क्रोध रूपी तलवार चल गई वो नड़ी मर गया खप गया। इस तरह की एक साखी है इंदमती की भी है भी ये पत वरता सी सत वरत धन बेम सी। एक बारी किते परपरता के संबंध में कोई वो विचारा चल पईयां जो सभा दे विच सारियां विचारा होईयां ते अज राजे ने अपनी इंदमती पत्नी कोल कर दी भी पत वरता के संबंध विच आ विचारा होईयां सी। कहते कि जी पत वरता होंदी है वो तो जदों मालिक का मरना सुन ले तो फिर संसार च नहीं रही। कहते वो चिखा बना के सती हो जाती परता हो जाती मर जाती सड़के ज्योंदी मर जाती। कहते नहीं राजन वो असली सत वरता नहीं है। सती वरत पति वरत धर्म बड़ी तो सती तो वो असली है जदों पति का मरना सुन ले उदों ही उन्होंने लम्मा होका ऐसा आवे तो उदों ही स्वाद छड्ड दे वो होंदी असली सती। जो राजे ने परख कर लिया भी आप ਇਹਦਾ पता कर लिए भी ये इंदमती सतवर्ती है पति वर्त है। बाहरों किते शिकार दे कपड़े जे लहू नाल लवेड़ लूड़ के घरे भेजते भी जाके कहते भी अज राजा चढ़ाई कर गया मर गया शिकार उत्थे कोई शेर शूर निकला उन्हें जख्मी करता फटड़ करता आ लीड़े खून नाल लिबड़े। जदों आके कपड़े जो दिखाए उन्हें भी अज राजा तो शेर ने मारता आ जख्मी हो गया। इंदमती ने कहते उदो ही लम्मा हुंका जा लिया बस उत्थे ही अखां मिच के चली गई स्वर्ग नूं।
ਜਦੋਂ ਕਰਿਆ ਤੇ ਉੱਥੇ ਚੀਕ ਚਿਹਾੜਾ ਪਿਆ। ਕਹਿੰਦੇ ਕੀ ਹੈ ਜੀ? ਉਹ ਕਹਿੰਦੇ ਜੀ ਆ ਇਸ ਤਰ੍ਹਾਂ ਕਿਸੇ ਨੇ ਆ ਕੇ ਦੱਸਿਆ ਸੀ ਅੱਜ ਰਾਤ ਚੜਾਈ ਕਰ ਗਏ ਤੇ ਉਹ ਨਹੀਂ ਲੰਮਾ ਹੋਕਾ ਜਿਹੜਾ ਰਿਹਾ ਤੇ ਸਰੀਰ ਛੱਡ ਗਈ। ਉਹ ਫਿਰ ਰੋਵੇ ਪਿੱਟੇ ਜੈਸੇ ਰੋਵੇ ਭੀਖਿਆ ਖਾਏ ਐਸੀ ਦਰਗਾਹ ਮਿਲੇ ਸਜਾਏ। ਇਸ ਤਰ੍ਹਾਂ ਘਰ ਬਾਰ ਛੱਡ ਕੇ ਫਿਰ ਘਰਾਂ ਵਿੱਚ ਭਿੱਖਿਆ ਮੰਗਦਾ ਤੇ ਨਾਲੇ ਰੋਂਦਾ ਹੈ ਵੀ ਮੈਂ ਉਹ ਕਿਉਂ ਪਰਖ ਕਰਨੀ ਸੀ। ਇਸ ਤਰ੍ਹਾਂ ਦੀ ਵੀ ਸਾਖੀ ਹੈ ਅੱਜ ਰਾਜੇ ਦੀ ਹੈ। ਸੋ ਰੋ ਵਿਚਾਰ। ਇੱਥੇ ਸਮਾਂ ਵੀ ਸਮਾਪਤ ਹੋ ਗਿਆ, ਪ੍ਰਸੰਗ ਵੀ ਸਮਾਪਤ ਹੋ ਗਿਆ। ਅਗਲਾ ਜਿਹੜਾ ਪ੍ਰਸੰਗ ਜਿਵੇਂ ਇਹ ਜਿਹੜਾ ਬਿਆਸ ਹੈ ਜਿਹਨੇ ਵੇਦਾਂ ਦਾ ਟੀਕਾ ਕੀਤਾ, 18 ਪੁਰਾਣ ਰਚੇ, ਅਖੀਰੀ ਇਹਨੂੰ ਵੀ ਹੰਕਾਰ ਹੋ ਗਿਆ ਸੀ। ਫਿਰ ਇਹਦੇ ਤੇ ਵੀ ਗੱਬੀ ਤਲਵਾਰ ਚੱਲ ਗਈ ਸੀ ਬਿਆਸ ਜੀ ਤੇ 6 ਟੁਕੜੇ ਹੋ ਗਏ ਸੀ। ਉਹ ਬਿਆਸ ਦੇ ਜਿਵੇਂ 6 ਟੁਕੜੇ ਹੋਏ, 6 ਲਿਖੀ ਹੋਏ, 6 ਸ਼ਾਸਤਰ ਰਚੇ ਗਏ। ਉਹ ਜਿਹੜੀ ਵਿਚਾਰ ਆਪਾਂ ਕੱਲ੍ਹ ਦੇ ਦੀਵਾਨ ਵਿੱਚ ਪੜ੍ਹਾਂਗੇ। ਬਿਆਸ ਜੀ ਦੀ ਅੱਜ ਇੱਥੇ ਹੀ ਸਮਾਪਤੀ ਹੈ ਜੀ। ਕੀਨੇ 18 ਪਰਬ ਜਗ ਰੀਜਿਆ ਸੁਨ ਸਰਬ। ਇਹ ਭਾਂਤ ਇਹ ਬਿਆਸ ਬ੍ਰਹਮ ਅਵਤਾਰ। ਭਏ ਪੰਚਮੋ ਮੁਖ ਚਾਰ। ਇਤ ਸ੍ਰੀ ਵਚਿੱਤਰ ਨਾਟਕ ਗ੍ਰੰਥੇ ਪੰਚਮੋ ਅਵਤਾਰ। ਬ੍ਰਹਮਾ ਬਿਆਸ ਰਾਜਾ ਅਜ ਕੋ ਰਾਜ ਸਮਾਪਤੰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹੇ ਅਚੁੱਤ ਹੇ ਪਾਰ ਬ੍ਰਹਮ ਅਵਨਾਸੀ ਅਗਨਾਸ। ਹੇ ਪੂਰਨ ਹੇ ਸਰਬ ਦੁਖ ਭੰਜਨ ਗੁਣ ਖਾਸ। ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਵਟੇ। ਹੇ ਗੋਬਿੰਦ ਹੇ ਗੁਣ ਨਿਧਾਨ ਜਾਂ ਕੇ ਸਦਾ ਭਵੇ। ਹੇ ਅਪਰੰਪਰ ਹਰ ਹਰੇ ਹੈ ਪੀ ਹੋਵਨਹਾਰ। ਹੇ ਸੰਤਾਂ ਕੈ ਸਦਾ ਸੰਗ ਨਿਦਾਰਾਂ ਆਧਾਰ। ਹੇ ਠਾਕੁਰ ਹਾਂ ਦਾਸਰੋ ਮੈਂ ਨਿਰਗੁਣ ਗੁਣ ਨਹੀਂ ਕੋਈ। ਨਾਨਕ ਦੀਜੈ ਨਾਮ ਦਾਨ ਰੱਖੋ ਹੀਐ ਪਰੋ। ਆਏ ਪ੍ਰਭ ਸ਼ਰਨਾਗਤੀ ਕਿਰਪਾ ਨਿਧ ਦਿਆ। ਏਕ ਅੱਖਰ ਹਰ ਮਨ ਵਸ ਨਾਨਕ ਹੋਤ ਨਿ। ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਚਰੇ ਪਾਰ। ਜੋ ਸਰਦਾ ਕਰ ਸੇਵੰਦੇ ਗੁਰ ਪਾਰੇ ਉਤਾਰਨਹਾਰ। ਜੋ ਸਰਦਾ ਕਰ ਸੇਵੰਦੇ ਗੁਰ ਪਾਰੇ ਉਤਾਰਨਹਾਰ।